ਹੈਲੋ ਵਿਊਅਰਸ, ਮੈਂ ਵਾਂ ਕਮਰ ਚੀਮਾ। ਤੁਸੀਂ ਆਂਦੇ ਹੋਵੋਗੇ ਤਾਰਕ ਫਤਿਹ ਸਾਹਿਬ ਸਾਹਮਣੇ ਆਉਂਦੇ ਨੇ ਤੇ ਤੂੰ ਪੰਜਾਬੀ ਬੋਲਣ ਲੱਗ ਪੈਂਦਾ। ਅੱਗੇ ਪਿੱਛੇ ਤੂੰ ਅੰਗਰੇਜ਼ੀ ਤੇ ਉਰਦੂ ਬੋਲਣ ਦੇ। ਤੇ ਇੱਕ ਤੇ ਤਾਰਕ ਫਤਿਹ ਸਾਹਿਬ ਦੀ ਬੜੀ ਮਿਹਰਬਾਨੀ, ਉਹਨਾਂ ਸਾਨੂੰ ਜੁਆਇਨ ਕੀਤਾ। ਸਰ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦਾ। ਤੇ ਨਹੀਂ ਸਰ, ਬੜੀ ਮਿਹਰਬਾਨੀ ਸਰ। ਤੇ ਦੂਸਰਾ ਇਹ ਵੇ ਕਿ ਵਿਊਅਰਸ, ਤਾਰਕ ਸਾਹਿਬ ਦੀ ਇੱਕ ਸਮਝੋ ਕੋਟ ਹੀ ਏ, ਕਹਿੰਦੇ ਨੇ ਕਿ ਜਿਹੜਾ ਬੰਦਾ ਪੰਜਾਬੀ ਬੋਲਦਾ ਹੋਵੇ ਨਾ, ਉਹ ਝੂਠ ਨਹੀਂ ਬੋਲ ਸਕਦਾ। ਤੇ ਜੇ ਬਿਲਕੁਲ ਬੋਲੇ ਤੇ ਪਤਾ ਲੱਗ ਜਾਏਗਾ ਉਹਦੇ ਮੱਥੇ ਤੋਂ। ਤੇ ਮੈਂ ਕਿਹਾ ਅੱਜ ਦੁਬਾਰਾ ਤਾਰਕ ਸਾਹਿਬ ਨਾਲ ਗੱਲ ਕਰੀਏ ਇੱਕ ਦੋ ਮੌਜ਼ੂਆਂ ਦੇ ਉੱਤੇ। ਜਿਹੜਾ ਪਹਿਲਾ ਮੌਜ਼ੂ ਹੈ ਉਹ ਤੇ ਵਿਊਅਰਸ ਇਹ ਵੇ ਕਿ ਇਹ ਜਿਹੜਾ ਤਾਰਕ ਫਤਿਹ ਸਾਹਿਬ ਨੇ ਆਰਟੀਕਲ ਵੀ ਆਪਣਾ ਲਿਖਿਆ, ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਦੇਣਾ। ਮੈਂ ਇੱਥੇ ਮੈਂ ਉਹ ਬੰਦੋਬਸਤ ਕਰ ਲਿਆ ਸੀ ਕਿ ਤਾਂ ਕਿ ਇਹ ਤਾਰਕ ਸਾਹਿਬ ਦਾ ਇੱਕ ਆਰਟੀਕਲ ਹੈ ਜਿਹੜਾ ਇਹਨਾਂ ਨੇ ਲਿਖਿਆ ਟੋਰਾਂਟੋ ਸਨ ਦੇ ਵਿੱਚ, ਜਿਹਦੇ ਉੱਤੇ ਮੈਂ ਥੋੜੀ ਜਿਹੀ ਗੱਲ ਵੀ ਕਰਨਾ ਚਾਹਨਾ। ਦ ਪੈਂਡੈਮਿਕ ਰਿਵੀਲਸ ਹਾਊ ਚਾਈਨਾ ਇਜ਼ ਨਾਓ ਦ ਇੰਪੀਰੀਅਲਿਸਟ ਥ੍ਰੈਟ। ਪਹਿਲਾਂ ਤੇ ਇਸ ਟੌਪਿਕ ਤੇ ਗੱਲ ਕਰਨੀ ਹੈ, ਤੇ ਫਿਰ ਜਿਹੜੀ ਗੱਲ ਕਰਨੀ ਹੈ ਉਹ ਅਸਾਂ ਕਰਨੀ ਹੈ ਕਿ ਇਹ ਜਿਹੜੀ ਐਕਸਟ੍ਰੀਮਿਜ਼ਮ ਵਧਣ ਡਈ ਹੈ, ਇਹ ਮੁਖਤਲਿਫ ਕਿਸਮ ਦੀ ਐਕਸਟ੍ਰੀਮਿਜ਼ਮ ਹੈ, ਇਹਦੇ ਹਵਾਲੇ ਨਾਲ ਕਿ ਸਾਡੀ ਕਿੰਜ ਜਾਨ ਛੁੱਟ ਸਕਦੀ ਹੈ ਐਕਸਟ੍ਰੀਮਿਸਟ ਵਿਊਜ਼ ਤੋਂ, ਨਜ਼ਰੀਆਤ ਤੋਂ, ਤਾਂ ਕਿ ਅਸੀਂ ਵੀ ਦੁਨੀਆ ਦੇ ਆਰ ਹੁਣ ਨਵੇਂ ਰਾਵਾਂ ਤੇ ਪਵੀਏ। ਕਿੰਨੀ ਕੁ ਦੇਰ ਸਾਡੀ ਇਹ ਜਾਨ, ਸਾਡੀ ਜਾਨ ਛੁੱਟੇਗੀ। ਤੇ ਉਹ ਸਰ, ਸਾਡੀ ਆਵਾਜ਼ ਆ ਰਹੀ ਸਰ ਤੁਹਾਨੂੰ ਮੇਰੀ? हाँ हाँ बिल्कुल बिल्कुल आ रही है ਜੀ ਸਰ। ਤੇ ਉਹ ਸਰ ਗੱਲ ਇਹ ਕਰਨੀ ਸੀ ਕਿ ਪਹਿਲਾਂ ਤੇ ਤੁਸੀਂ ਇਹ ਦੱਸੋ ਕਿ ਸਰ ਤੁਹਾਡਾ ਕੀ ਖਿਆਲ ਹੈ ਕਿ ਇਹ ਜਿਹੜਾ ਚੀਨ ਨੇ ਜਿਹੜਾ ਕਰੋਨਾ ਵਾਇਰਸ ਹੈ, ਕਿਆ ਇਹ ਜਾਣ ਕੇ ਛੁਪਾਇਆ ਵੇ ਜਾਂ ਇਹਨਾਂ ਨੂੰ ਪਤਾ ਸੀ? ਜਿਹੜਾ ਤੁਸੀਂ ਵੀ ਆਪਣੀ ਉਸ ਗੱਲਾਂ ਦੇ ਵਿੱਚ ਕੀਤਾ ਹੈ ਕਿ ਉਹ ਸ਼ੀ ਜਿਨਪਿੰਗ ਹੱਸਣ ਡਿਆ ਹੋਏਗਾ ਪਿੱਛੇ ਬਹਿ ਕੇ, ਤੇ ਮੌਜ਼ੇ ਤੰਗ ਦਾ ਵੀ ਤੁਸੀਂ ਜ਼ਿਕਰ ਕੀਤਾ, ਉਹ ਪ੍ਰੇਰੀ ਫਾਇਰ ਵਾਲਾ। ਸਰ ਜਰਾ ਮੇਰੇ ਵਿਊਅਰਸ ਨੂੰ ਥੋੜਾ ਸਮਝਾਓ ਸਰ ਚੀਨ ਦੇ ਬਾਰੇ। ਸਰ देखो जी, चीन ਦਾ ਪੁਰਾਣਾ ਜਿਹੜਾ ਕੋਲਡ ਵਾਰ ਦੇ ਬਾਅਦ ਜਿਹੜਾ ਸਿਸਟਮ ਹੈ, ਉਹ ਕਹਿੰਦੇ ਨੇ ਆਪਣੇ ਆਪ ਨੂੰ ਕਮਿਊਨਿਸਟ, ਲੇਕਿਨ ਉਹ ਇਸ ਟਾਈਮ ਤੇ ਦੁਨੀਆ ਦਾ ਸਭ ਤੋਂ ਵੱਡੇ ਕੈਪੀਟਲਿਸਟ ਜਿਹੜੇ ਨੇ ਨਾ, ਉਹ ਆਪਣੇ ਆਪ ਨੂੰ ਕਮਿਊਨਿਸਟ ਕਹਿ ਕੇ ਉਹੀ ਕੰਮ ਕਰ ਰਹੇ ਨੇ ਜਿਹੜਾ ਅਮਰੀਕਾ ਜਾਂ ਰੂਸ ਨੂੰ ਪਹਿਲੇ ਬੜੀ ਉਮੀਦ ਸੀ ਕਿ ਅਸੀਂ ਕਿਸੇ ਤਰ੍ਹਾਂ ਸਾਰੇ ਨੂੰ ਕਬਜ਼ਾ ਕੀਤੇ। ਇਹਨਾਂ ਨੇ ਟ੍ਰੇਡ ਦੇ ਨਾਲ ਕੀਤਾ ਹੈ, ਅਫਰੀਕਾ ਵਿੱਚ ਕੀਤਾ, ਉੱਥੇ ਸਾਊਥ ਅਮਰੀਕਾ, ਪੈਰੂ ਦੇ ਅੰਦਰ, ਤੁਸੀਂ ਇਥੀਓਪੀਆ ਚਲੇ ਜਾਓ, ਜ਼ੈਂਬੀਆ ਚਲੇ ਜਾਓ। ਇਹ ਕੀ ਕਰਦੇ ਨੇ? ਇਨਵੈਸਟ ਕਰਦੇ ਨੇ, ਇੰਨਾ ਲੋਨ ਦਿੰਦੇ ਨੇ ਕਿ ਉਹ ਜਿਹੜਾ ਮੁਲਕ ਹੁੰਦਾ ਜੇ ਸ੍ਰੀਲੰਕਾ ਵੀ ਹੈ, ਉਹ ਇਟ ਕੈਨੋਟ ਪੇ ਬੈਕ। ਜਦੋਂ ਪੇ ਬੈਕ ਨਹੀਂ ਕਰਦਾ, ਇਹ ਈਸਟ ਇੰਡੀਆ ਕੰਪਨੀ ਟਾਈਪ ਦੇ ਸਟਾਈਲ ਦੇ ਨਾਲ ਉਹ ਉਹਦਾ ਹਿੱਸਾ ਕਬਜ਼ਾ ਕਰ ਲੈਂਦੇ ਨੇ। ਹੁਣ ਪਾਕਿਸਤਾਨ ਵਿੱਚ ਵੇਖੋ ਤੁਸੀਂ ਕਿ ਉਹ ਸੀ ਪੈਕ ਪੇਪਰ ਤੇ ਬੜਾ ਲੱਗ ਰਿਹਾ, ਲੇਕਿਨ ਸੀ ਪੈਕ ਦੇ ਅਵੇਜ਼ ਸਾਨੂੰ ਕੀ ਮਿਲ ਰਿਹਾ ਕਿ ਸਾਡੀ ਆਪਣੇ ਅੰਦਰ ਇੰਨੀ ਲੜਾਈ ਹੋ ਗਈ ਕਿ ਹੁਣ ਗਵਾਦਰ ਸ਼ਹਿਰ ਦੇ ਇਰਦ ਗਿਰਦ ਤੁਸੀਂ ਵਾਲ ਕ੍ਰੀਏਟ ਕੀਤੀ ਕਿ ਬਲੋਚ ਬਾਹਰ ਰਹਿਣਗੇ ਤੇ ਬਾਕੀ ਜਿਹੜੇ ਪੈਸੇ ਵਾਲੇ ਲੋਕੀ ਨੇ ਤੇ ਜਿਹੜੇ ਇਨਵੈਸਟਰ ਨੇ, ਜਿਹੜੇ ਚਾਈਨੀਜ਼ ਨੇ, ਉਹ ਹੋਰ ਰਹਿਣਗੇ। ਜਦ ਤੁਸੀਂ ਆਪਣੇ ਮੁਲਕ ਵਿੱਚ ਚਾਈਨੀਜ਼ ਲੇਬਰ ਜਿਹੜੀ ਜੇਲ੍ਹ ਦੀ ਹੈ ਉਹ ਯੂਜ਼ ਕਰੋਗੇ ਤੇ ਜਿਹੜਾ ਪਾਕਿਸਤਾਨੀ ਬਿਜ਼ਨਸਮੈਨ ਹੈ ਉਹ ਤਾਂ ਨਹੀਂ ਆ ਸਕਦਾ ਨਾ ਫ੍ਰੀ ਦਾ ਲੇਬਰ। ਯੂ ਆਰ ਸਲੋਲੀ ਹੈਂਡਿੰਗ ਓਵਰ ਚਾਈਨਾ ਉਹ ਟੈਰੀਟਰੀ ਜਿਹੜੀ ਸਦੀਆਂ ਤੋਂ, ਹਜ਼ਾਰਾਂ ਸਾਲ ਤੋਂ ਲੋਕਾਂ ਨੂੰ ਇਹ ਚਾਹੀਏ, ਸੈਂਟਰਲ ਏਸ਼ੀਅਨਸ ਨੂੰ ਚਾਹੀਦਾ ਸੀ ਕਿ ਕਿਸੇ ਤਰ੍ਹਾਂ ਇਹ ਅਰੇਬੀਅਨ ਸੀ ਤੱਕ ਪਹੁੰਚੇ। ਦੇਖੋ ਦੁਨੀਆ ਦੇ ਸਾਰੇ ਮੁਲਕ ਓਸ਼ਨਸ ਨੇ, ਇੱਕ ਓਸ਼ਨ ਦਾ ਨਾਂ ਕਿਸੇ ਮੁਲਕ ਦੇ ਨਾਂ, ਉਹ ਇੰਡੀਅਨ ਓਸ਼ਨ ਹੈ। ਕੋਈ ਅਮਰੀਕਨ ਓਸ਼ਨ ਨਹੀਂ, ਕੋਈ ਚਾਈਨੀਜ਼ ਓਸ਼ਨ ਨਹੀਂ, ਇਹ ਇੰਡੀਅਨ ਓਸ਼ਨ ਹੈ। ਦੁਨੀਆ ਵੇਟ ਕਰਦੀ ਕਿ ਕਿਸ ਤਰ੍ਹਾਂ ਇੱਧਰ ਆਣਾ। रूस ने ट्राई किया, अमरीका तो खैर बैठा पाकिस्तान की करना। चाइनीज आए कि चाइनीज तुहाडे नाल they do not consider non-Chinese as fully developed human beings. Another concept ਜਿਹੜਾ devil ਦਾ, the white devil and black devil, ਅਸੀਂ ਉਹ black devil ਉਹ ਤੇ third category ਚ ਆਏ। ਇਹ ਗੋਰਿਆਂ ਦੇ ਇਲਾਵਾ ਗੋਰਿਆਂ ਨੂੰ ਵੀ ਕਹਿੰਦੇ ਨੇ ਅਗਰ ਠੀਕ ਹੁੰਦੇ, ਡਿਵੈਲਪਡ ਹਿਊਮਨ ਬੀਇੰਗ ਹੁੰਦੇ ਤੇ ਚੀਨੀ ਹੁੰਦੇ। ਸੋ देयर ਵਿਊ ਆਫ ਦ ਵਰਲਡ ਇਜ਼ ਰੇਸ ਐਂਡ ਕੈਪੀਟਲਿਜ਼ਮ ਇਨ ਦੀ ਵਰਸਟ ਕੰਬੀਨੇਸ਼ਨ। ਹੁਣ ਉਹਨਾਂ ਨੇ ਪੂਰੀ ਦੁਨੀਆ ਨੂੰ ਗੁੱਟਨੇ ਤੇ ਲਾਤਾ ਤੇ ਆਪੇ ਵੇਖੋ ਉਹ ਕੋਵਿਡ-19 ਜਿਹੜਾ
ਉੱਥੋਂ ਲੈ ਕੇ ਤੇਹਰਾਨ, ਈਰਾਨ ਦਾ ਬੇੜਾ ਗਰਕ ਹੋਇਆ, ਇਟਲੀ ਦਾ ਹੋਇਆ, ਅਮਰੀਕਾ ਦਾ ਹੋਇਆ, ਉਹ ਉਹਨਾਂ ਦੇ ਆਪਣੇ ਮੁਲਕ 'ਚ ਜਿਹੜਾ ਇਹ ਹੁਨਾਨ ਤੋਂ ਲੈ ਕੇ ਉਹ ਬੀਜਿੰਗ ਨਹੀਂ ਜਾ ਸਕਿਆ। ਉਹ ਜਰਾਸੀਮ ਇਸ ਤਰ੍ਹਾਂ ਬੈਠਾ ਜਿਸ ਤਰ੍ਹਾਂ ਲਾਈਨ 'ਚ ਕੋਈ ਪਾਸਪੋਰਟ ਵੀਜ਼ਾ ਕਹਿਣਾ ਲੀਵ, ਆਪਣੇ 에ਅਰਪੋਰਟ ਬੰਦ ਕੀਤੇ, ਫਿਰ ਉੱਥੋਂ ਹੁਨਾਨ ਦੇ ਨਾਲ ਪੂਰੀ ਦੁਨੀਆ ਦੀ ਟ੍ਰੈਫਿਕ ਖੋਲ ਦਿੱਤੀ ਕਿ whoever can go within 6 to 10 weeks ਦੀ ਜਿਹੜਾ ਵਾਇਰਸ ਸੀ, ਜਿਹੜਾ ਇਹਨਾਂ ਦੇ ਵੈਟ ਕੈਂਪਸ ਤੇ ਜਿਹੜਾ ਚੂਹਾ ਖਾ ਰਹੇ ਨੇ, ਗਿੱਦੜ ਖਾ ਰਹੇ ਨੇ, ਪਤਾ ਨਹੀਂ ਕੀ ਕਚਰਾ ਖਾਂਦੇ ਨੇ ਵੈਟ ਮਾਰਕੀਟ ਦੇ, ਉੱਥੋਂ ਐਨੀਮਲ ਤੋਂ ਹਿਊਮਨ ਬੀਇੰਗ ਵਿੱਚ ਟ੍ਰਾਂਸਫਰ ਹੋਇਆ। ਇੱਕ ਥਿਊਰੀ ਹੈ। ਦੂਜੀ ਹੈ ਕਿ ਇਹਨਾਂ ਦੇ ਲੈਬਸ ਵਿੱਚ ਬਣਿਆ। ਉਹ ਜੋ ਵੀ ਹੈ, ਤੁਸੀਂ ਬਜਾਏ ਇਸ ਕਿ ਆਪਣੇ ਆਪ ਨੂੰ ਕੰਟਰੋਲ ਕਰਦੇ, ਤੁਸੀਂ ਦੁਨੀਆ ਤੋਂ ਐਕਸਪੋਰਟ ਕਰਕੇ ਦੇ ਯੂਜ਼ਿੰਗ ਇਟ ਐਜ਼ ਅ ਵੈਪਨ। ਪੂਰਾ ਅਮਰੀਕਾ ਦਾ ਬੇੜਾ ਗਰਕ ਕਰਕੇ, ਯੂਰਪ ਨੂੰ ਤਬਾਹ ਕਰਕੇ, you will see that they will emerge as a power that has nothing to offer other than their rule over wherever they are. ਛੋਟੇ ਜਿਹੇ ਭੂਟਾਨ ਨੂੰ ਉਹਨਾਂ ਨੇ ਖਾ ਲੈਣਾ, ਪਾਕਿਸਤਾਨ ਨੂੰ ਤੇ ਖਾ ਕੇ ਗਿਲਗਿਤ ਬਲਤਿਸਤਾਨ ਤੇ ਢਿਕਾਰ ਲਿਆ ਬਗੈਰ ਖਤਮ ਹੋ ਗਿਆ। 1974 ਵਿੱਚ ਮੈਂ ਵੇਖਿਆ ਸਰ, ਮੈਂ I was just about to get married, ਨਹੀਂ ਹੋ ਗਈ ਸੀ ਸ਼ਾਦੀ, ਜ਼ੁਲਫਕਾਰ ਅਲੀ ਭੁੱਟੋ ਦੇ ਨਾਲ ਅਸੀਂ ਗਏ ਸਾਂ ਉੱਥੇ ਖੁਜਰਾਬ ਪਾਸ, ਮੈਂ PTV ਦੇ ਨਾਲ ਸਾਂ ਸਰ। ਉਹ ਪੂਰੀ ਟੈਰੀਟਰੀ ਜਿਹੜੀ ਸੀ 1974 ਵਿੱਚ ਚਾਈਨੀਜ਼ ਦੇ ਅੰਦਰ ਆਕੂਪੇਸ਼ਨ ਸੀ। ਇੱਕ ਪਾਕਿਸਤਾਨੀ ਫੌਜੀ ਨਹੀਂ ਮਿਲਦਾ ਸੀ ਤੁਹਾਨੂੰ। ਗਿਲਗਿਤ ਅੱਗੇ ਸ਼ੇਰ ਜਿਹੜਾ ਹੁੰਜ਼ਾ, ਇਸ ਤੋਂ ਅੱਗੇ ਪੂਰਾ ਜਿਹੜਾ ਇਸਮਾਇਲੀ ਕੋਰੀਡੋਰ ਵੀ ਹੈ, ਉਧਰ ਵੀ there was nothing there. There were only Chinese. Every Pakistani government, Imran Khan या नवाज शरीफ ਇਹਦਾ ਕਸੂਰ ਨਹੀਂ। ਅਸੀਂ ਆਪਣੀ ਸੈਲਫ ਰਿਸਪੈਕਟ ਖੋ ਦਿੰਦੇ ਹਾਂ ਜਦ ਸਾਨੂੰ ਦੂਜੇ, ਹਮੇਸ਼ਾ ਸਾਨੂੰ ਦੂਜੇ ਚੰਗੇ ਲੱਗਦੇ ਨੇ। ਹੁਣ ਅੱਜ ਕੱਲ ਤੁਰਕੀ ਦੇ ਪਿੱਛੇ ਲੱਗ ਪਏ ਨੇ ਅਸੀਂ, ਕਦੀ ਅਰਬਾਂ ਦੇ ਪਿੱਛੇ, ਕਦੀ ਇਰਾਨੀਆ ਸ਼ਾਹ, ਇਰਾਨ ਗ੍ਰੇਟ ਹੈ। ਅਸੀਂ ਕਦੀ ਆਪਣੇ ਆਪ ਨੂੰ ਨਹੀਂ ਸਮਝਿਆ ਕਿ we are worth doing anything. ਮੈਂ ਸਿਰਫ ਪੰਜਾਬੀ ਜ਼ਬਾਨ ਦੀ ਗੱਲ ਕਰਾਂ, ਕੋਈ ਕਿੰਨਾ 150 ਮਿਲੀਅਨ ਪੰਜਾਬੀ ਹੋਏ, ਉਹ 150 ਮਿਲੀਅਨ ਤੇ 5, 6, 10 ਮੁਲਕ ਆ ਜਾਂਦੇ ਨੇ ਅਫਰੀਕਾ ਦੇ, ਯੂਰਪ ਦੇ ਆ ਜਾਂਦੇ ਨੇ। ਹਰ ਇੱਕ ਦੀ ਆਪਣੀ ਬੋਲੀ ਹੈ, ਕੋਈ ਆਪਣੀ ਬੋਲੀ ਮਾਂ ਬੋਲੀ ਤੋਂ ਸ਼ਰਮਿੰਦਾ ਨਹੀਂ ਐਕਸੈਪਟ ਪਾਕਿਸਤਾਨੀ ਪੰਜਾਬੀ। ਉਹ ਡਰ ਜਾਂਦਾ ਹੈ ਤੇ ਨੌਕਰਾਂ ਦੀ ਜ਼ਬਾਨ ਤੇ ਤਦੇ ਅਸੀਂ ਕਿਸੇ ਦੇ ਸਾਹਮਣੇ ਕਮਰ ਸਿੱਧੀ ਕਰਕੇ ਖਲੋ ਕੇ ਗੱਲ ਨਹੀਂ ਕਰਦੇ ਕਿ ਨੌਕਰਾਂ ਦੀ ਜ਼ਬਾਨ ਹੋਰ ਹੈ, ਸ਼ਰਾਬ ਪੀ ਕੇ ਜ਼ਬਾਨ ਹੋਰ ਬੋਲਣੀ ਹੈ। ਬਾਦ ਅੱਬਾ ਮੁਲਾਇਜ਼ਾ ਜਦੋਂ ਜ਼ਿਆਦਾ ਫੈਸ਼ਨੇਬਲ ਹੋਣਾ ਉਰਦੂ ਬੋਲਣਾ ਸ਼ੁਰੂ ਕਰਦੇ। ਸਾਡਾ ਐਕਸੈਂਟ ਇੰਨਾ ਭੈੜਾ ਹੈ। ਉਹ ਵਲੀ ਖਾਨ ਕਹਿੰਦਾ ਸੀ ਸਾਡਾ ਤੇ ਮੇਲ ਫੀਮੇਲ ਜੈਂਡਰ ਵਿੱਚ ਮਿਕਸ ਹੋ ਜਾਂਦੇ ਪਸ਼ਤੂ, ਤੁਹਾਡੀ ਤੇ ਉਰਦੂ ਇੰਨੀ ਭੈੜੀ ਹੈ ਕਿ ਹੱਸੀ ਆ ਜਾਂਦੀ ਹੈ। So we pretend to be ridiculous and we have ended up being ridiculous, and China has followed the whole thing. ਲੋਕੀ ਸਮਝਦੇ ਨੇ ਕਿ ਇੱਥੋਂ ਕੁੜੀਆਂ ਲਿਜਾ ਕੇ ਉੱਥੇ ਸ਼ਾਦੀਆਂ ਕਰਾਉਣੀਆਂ ਹੋਣੀਆਂ। We will be destroyed because none of our businesses can offer free labor. If any venture ਹੋਏ, you have to have ਜਿਹੜੀ ਕਲਟੀਵੇਸ਼ਨ ਹੈ, ਰੋਡ ਬਿਲਡਿੰਗ ਹੈ, ਇਨਫਰਾਸਟ੍ਰਕਚਰ ਹੈ, ਲੇਬਰ ਉਹਦਾ ਮੇਨ ਐਲੀਮੈਂਟ ਹੈ। ਉਹਦੀ ਇੰਪਲੋਇਮੈਂਟ ਦੇ ਨਾਲ ਲੋਕਾਂ ਦੀ ਜ਼ਹਿਨੀ ਤਰੱਕੀ ਹੁੰਦੀ ਹੈ। ਜਿਹੜਾ ਬੰਦਾ ਪਿੰਡ ਤੋਂ ਨਿਕਲ ਕੇ ਨਾ ਸ਼ਹਿਰੀ ਕੰਮ ਕਰਦਾ ਹੈ, ਉਹਦੀ ਅਪਰੋਚ ਵੀ ਵਾਈਡਨ ਹੁੰਦੀ ਨੇ। ਦੇ ਹੈਵ ਬਾਈਪਾਸਡ ਅਸ ਆਲ। ਉਹਨਾਂ ਦੇ ਪ੍ਰਿਜ਼ਨ ਖੁੱਲ ਗਏ ਨੇ ਸਰ ਪਾਕਿਸਤਾਨ। ਸਰ ਤੁਹਾਡਾ ਜਿਹੜਾ ਆਰਟੀਕਲ ਸੀ, ਮੈਂ ਇੱਕ ਇਹ ਪੁਆਇੰਟ ਡਿਸਕਸ ਕਰਨਾ ਚਾਹਨਾ। ਤੁਸੀਂ ਆਪਣੇ ਆਰਟੀਕਲ ਵਿੱਚ WHO ਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਲਿਫਟ ਹੀ ਨਹੀਂ ਕਰਾਈ WHO ਨੂੰ ਵੀ, ਤੇ ਉਹ ਕੀ ਸਮਝਦੇ ਨੇ ਅਸੀਂ ਇੰਨਾ ਕੋ ਪੈਸਾ ਦੇ ਰਹੇ ਹਾਂ ਗਲੋਬਲ ਅਦਾਰਿਆਂ ਨੂੰ ਕਿ ਜ਼ਰੂਰਤ ਹੀ ਕੋਈ ਨਹੀਂ ਕਿਸੇ ਸਾਨੂੰ ਪੁੱਛਣ ਦੀ ਕਿ ਕੌਣ ਕੀ ਕਰਨ ਡਿਆ ਤੇ ਕੀ ਨਹੀਂ ਕਰਦਾ ਪਿਆ, ਕਿਸੇ ਨੂੰ ਵੜਨ ਹੀ ਨਹੀਂ ਦਿੰਦੇ। ਸਰ ਇਹ ਜਿਹੜਾ ਡਾਕਟਰ ਹੈ ਅਵਲ ਤੇ WHO ਦਾ ਇਥੀਓਪੀਅਨ ਡਾਕਟਰ ਜਿਹੜਾ ਇੱਕ ਤਾਂ ਡਾਕਟਰ ਨਹੀਂ ਹੈ। ਉਹ ਅਸੀਂ ਮਿਕਸ ਕਰਨੇ ਆ ਵਰਡ ਡਾਕਟਰ। ਪਾਕਿਸਤਾਨ ਵਿੱਚ ਬੜੇ ਲੋਕੀ PhD ਹੋ ਕੇ ਡਾਕਟਰ ਕਹਿੰਦੇ ਨੇ। ਕਿਸੇ PhD ਨੂੰ ਡਾਕਟਰ ਕਹਿਣ ਦੀ ਜ਼ਰੂਰਤ ਨਹੀਂ। ਡਾਕਟਰ ਹੁੰਦਾ ਮੈਡੀਸਨਲ ਡਾਕਟਰ ਹੂ ਹੈਲਪਸ। ਲੇਕਿਨ ਸਾਡੀ ਫਿਰ ਇਨਫੀਰੀਅਰਿਟੀ ਕੰਪਲੈਕਸ ਥਰਡ ਵਰਲਡ ਵਿੱਚ ਕਿ ਉਹ ਬੰਦਾ ਹੈ ਪੋਲੀਟੀਸ਼ੀਅਨ ਸੀ, ਉਹ ਡਾਕਟਰ ਯੂਜ਼ ਕਰ ਰਿਹਾ। ਲੋਕ ਕਹਿੰਦੇ WHO ਦਾ ਡਾਕਟਰ ਤੇ ਡਾਕਟਰ ਹੀ ਹੋਏਗਾ, ਉਹਨੂੰ ਕੱਖ ਨਹੀਂ ਪਤਾ ਡਾਕਟਰੀ ਕੀ ਹੁੰਦਾ। He was there to protect China's interests in the WHO. ਜਦ
कि COVID-19 फैल रहा सी, दिस मैन जस्ट सैट देयर एंड प्रेज चाइना। पूरी WHO ਦੀ ਬਿਊਰੋਕ੍ਰੇਸੀ ਜਿਹੜੀ ਚਾਈਨਾ ਦੀ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜਾ ਅੱਜ ਕੱਲ ਪਾਕਿਸਤਾਨ ਵਿੱਚ ਬੜਾ ਚੱਲ ਰਿਹਾ ਕਿ ਉਹ EU ਡਿਸਕੋਰਸ ਕੀ ਜਿਹੜਾ ਕਿ ਸਵਿਟਜ਼ਰਲੈਂਡ ਵਿੱਚ ਹੋ ਰਿਹਾ। ਸਵਿਟਜ਼ਰਲੈਂਡ ਵਿੱਚ ਸਿਰਫ ਚਾਈਨਾ ਦੀ ਮਰਜ਼ੀ ਹੈ ਕਿ ਕਿਹੜਾ ਰਿਪਰੈਜ਼ੈਂਟੇਟਿਵ ਆਏਗਾ, ऑब्जर्व करेगा UNHCR or not, and the list is given by the Swiss authorities to the Chinese authorities. India बहुत कुछ अपना करता रहा, कुछ नहीं कर सकते। You're dealing with people who do not even consider us as human beings. और ਜਿਹੜਾ ਐਮਬੈਸਡਰ ਸੀ ਉਹਦਾ ਨਾਂ ਕੀ ਸੀ? ਚੀਨ ਦਾ ਐਮਬੈਸਡਰ ਪਾਕਿਸਤਾਨ ਵਿੱਚ ਮੁਹੰਮਦ ਕਹਿੰਦੇ ਸਨ ਆਪ ਨੂੰ। ਉਹ ਡਿਪਟੀ ਹੈਡ ਆਫ ਮਿਸ਼ਨ ਸੀ। ਉਹ ਚੀਨ ਜਾ ਕੇ ਉਹਨੇ ਕਿਹਾ ਤੱਲੇ ਕਿੱਥੋਂ ਮੁਹੰਮਦ ਲੱਗ ਗਿਆ ਮੇਰੇ ਨਾਲ। Can you imagine a man's first name? He created a first name, came to Pakistan and spoke everywhere. Mohammed Lu, Mohammed Lu. Loki कहना कमाल है यार। और he's still the spokesperson of the Chinese government. हाँ है। But he is not Mohammed anymore. Sir, acting the game है। जब हर मुल्क अपना इंटरेस्ट ਲੈਂਦਾ, ਅਸੀਂ ਆਪਣੇ ਇੰਟਰਸਟ ਨੂੰ ਕਦੀ ਨਹੀਂ ਵੇਖਿਆ। ਅਸੀਂ ਬੰਗਾਲੀਆਂ ਨੂੰ ਤਲਾਕ ਦੇ ਦਿੱਤੀ। ਉਹ ਦੇਖੋ ਮੈਜੋਰਿਟੀ ਜੰਗ ਜਿੱਤਣ ਦੇ ਬਾਅਦ ਵੀ ਉਹਨਾਂ ਨੇ ਕਿਹਾ ਸਾਨੂੰ ਨਹੀਂ ਚਾਹੀਦਾ ਸਰ, ਅਸੀਂ ਛੋਟੇ ਜਿਹੇ ਮੁਲਕਾਂ ਬੰਗਲਾ ਬੋਲਨੇ ਆ, ਕੋਈ ਬੁਰੀ ਵੀਵਰ ਕੰਪਲੈਕਸ ਕੇ ਬੰਗਾਲੀ ਕਿਉਂ ਬੋਲਦਾ, ਇਹ ਉਰਦੂ ਕਿਉਂ ਨਹੀਂ ਬੋਲਦਾ? ਜਿਨ੍ਹਾਂ ਸਾਹਿਬ ਨੇ ਜਾ ਕੇ ਉੱਥੇ ਅੰਗਰੇਜ਼ੀ ਚ ਕਿਹਾ। ਸੋ ਵੀ ਡੂ ਨਾਟ ਹੈਵ a sort of an identity which is stable. ਸੈਲਫ ਰਿਸਪੈਕਟ ਨਹੀਂ ਆਪਣੀ, ਕਿਤੇ ਖੜੇ ਹੋ ਕੇ ਗੱਲ ਨਹੀਂ ਕਰ ਸਕਦੇ ਹੋ। ਜਿਹੜਾ ਟੈਰਰਿਜ਼ਮ ਦਾ ਵਾਕਿਆ ਦੁਨੀਆ 'ਚ ਕਿੱਧਰ ਵੀ ਹੋਏ, ਐਂਡ ਪਾਕਿਸਤਾਨ ਹੀ ਨਿਕਲਦਾ। ਚੋਰੀ ਦਾ ਜਿਹੜਾ ਕੰਮ ਹੈ ਉਹਦੇ ਨਾਲ ਇੰਡੀਅਨ ਨਿਕਲਦਾ ਹੈ। ਤੇ ਸਾਡੀ ਇਮੇਜ ਜੁਆਇੰਟ ਹੈ। ਇਹ ਨਹੀਂ ਕਿ ਬਾਹਰ ਜਾ ਕੇ ਕਹਿੰਦੇ ਉਹ ਹੀ ਇਜ਼ ਪਾਕਿਸਤਾਨੀ ਇਜ਼ ਇੰਡੀਅਨ। ਨਾ, ਦੋਨੋਂ ਤੁਸੀਂ ਬੜੇ ਪਏ ਹੋ। ਅੱਜ ਮੈਂ ਵੇਖਿਆ ਇੱਕ ਬੰਦਾ ਇੰਡੀਅਨ ਇੱਥੇ $200,000 a year ਦੀ ਤਨਖਾਹ ਲੈ ਰਿਹਾ ਤੇ ਕੋਈ 3 ਮਿਲੀਅਨ ਚੋਰੀ ਕਰ ਗਿਆ ਇੱਥੋਂ। ਇੱਕ ਡਾਕਟਰ ਹੈ ਜਿਹੜਾ ਡਾਕਟਰਾਂ ਦਾ ਇੰਚਾਰਜ ਐਸੋਸੀਏਸ਼ਨ, ਉਹਨੇ 2 ਮਿਲੀਅਨ ਚੋਰੀ ਕਰ ਲਈ। ਇਹ ਸਾਡੇ ਜਿਹੜੇ ਦੁਸ਼ਮਣ ਨੇ ਉਸ ਪਾਸੇ ਲੱਗੇ ਨਾ, ਤੇ ਅਸੀਂ ਹੈ ਕਿ ਬੰਬ ਪਾੜ ਕੇ ਹਟ ਜਾਣਾ। ਤੇ ਕਿਸੇ ਸੂਰਤ ਸਾਡੀ ਕੋਈ ਬੰਦੀ ਨਹੀਂ ਹੈ ਪਰਸਨੈਲਿਟੀ ਜਾਂ ਕੋਈ ਐ ਨਹੀਂ ਹੁੰਦਾ ਕਿ ਲੋਕੀ ਕਹਿਣ ਓ ਹੀ ਇਜ਼ ਇੰਡੀਅਨ ਸਬਕੌਂਟੀਨੈਂਟ। ਤੁਸੀਂ ਮਾਤਾ ਹਾਰੀ ਜ਼ਰਾ ਵੇਖੋ, ਪੁਰਾਣੀ ਫਿਲਮ ਹੈ ਕਿ ਉਸ ਜ਼ਮਾਨੇ ਬਿਫੋਰ ਫਰਸਟ ਵਰਲਡ ਵਾਰ ਐਨ ਇੰਡੀਅਨ ਕਲਚਰ ਵਾਜ਼ ਕੰਸੀਡਰਡ। ਜਿਹਨੇ ਤਬਲਾ ਆਣਾ ਹੋਵੇ, ਜਿਹਨੇ ਗਾਣਾ ਗਾਣਾ, ਉਹ ਨੱਚ ਕਰਨਾ, he was considered exotic. ਹੁਣ ਕਿ ਰੈਫਿਊਜੀ ਆਂਦਾ ਤੇ ਬੋਟ ਫਰੋਮ ਪਤਾ ਨਹੀਂ ਸੋਮਾਲੀਆ ਤੋਂ ਨਸਦਾ, ਸਾਊਥ ਅਫਰੀਕਾ ਜਾਂਦਾ, ਕਿੱਧਰ ਕਿੱਧਰ ਜਾ ਕੇ ਉਹ ਮਾਈ ਬਾਪ ਕਰਦਾ, ਫਿਰ 1 ਸਾਲ ਦੇ ਬਾਅਦ ਬੰਬ ਮਾਰ ਦੇਣਾ। ਉਹੀ ਹੋਇਆ ਨਾ। We need to, China is going to be a big problem. ਅਬ ਜਿਹੜੇ ਚੀਨ ਮੁਸਲਮਾਨ ਨੂੰ ਮਾਰ ਰਿਹਾ, ਉਹ ਤੇ ਇੰਡੀਆ ਕਦੀ ਕਰ ਹੀ ਨਹੀਂ ਸਕਦਾ। 1 ਮਿਲੀਅਨ ਮੁਸਲਮਾਨ ਕਨਸੈਂਟ੍ਰੇਸ਼ਨ ਕੈਂਪ ਵਿੱਚ, ਤੇ ਦੁਸ਼ਮਣ ਕਿਹੜਾ ਸਾਡਾ? ਇੰਡੀਆ, ਜਿਹਦੇ ਅੰਦਰ ਮੁਸਲਮਾਨ ਜਿਹੜਾ ਵੀਟੋ ਪਾਵਰ ਲੈ ਕੇ ਘੁੰਮਦਾ। ਇਹ ਗੱਲ ਤੁਹਾਡੀ ਸਰ ਸਹੀ ਹੈ। ਮੈਂ ਨਾ ਇੰਟਰਨੈਸ਼ਨਲ ਰਿਲੇਸ਼ਨਸ ਪੜ੍ਹੀਦਾ, ਤਾਂ ਜੋ ਇਹਨੂੰ ਤੁਸੀਂ ਅਸੀਂ ਕਹਿੰਦੇ ਸਟ੍ਰੈਟੇਜਿਕ ਕਮਿਊਨੀਕੇਸ਼ਨ। ਅੱਛਾ, ਜਿਹੜੀ ਮਗਰਬ ਦੀ ਸਟ੍ਰੈਟੇਜਿਕ ਕਮਿਊਨੀਕੇਸ਼ਨ ਹੈ, ਜਿਹੜੀ ਚੀਨੀਆਂ ਦੀ ਸਟ੍ਰੈਟੇਜਿਕ ਕਮਿਊਨੀਕੇਸ਼ਨ ਹੈ, ਬਿਲਕੁਲ ਲਫ਼ਜ਼ ਲੱਦਾ ਹੈ। ਇਹ ਮੈਂ ਥੱਲੇ ਹੈਡਿੰਗ ਲਾਈਏ, shared values versus shared destiny। ਬੜੀ ਚੰਗੀ ਗੱਲ ਵਾਲੇ ਨੇ ਸਰ, ਅਮਰੀਕਾ, ਇੰਗਲੈਂਡ, ਯੂਰਪ, ਦੇ ਸਪੀਕ ਅਬਾਊਟ shared values, ਉਹ ਉਹਨਾਂ ਦੀ ਗੱਲ ਕਰਦੇ ਨੇ। ਤੇ ਜਿਹੜੇ ਸਰ ਚੀਨੀ ਨੇ, ਉਹ ਆਂਦੇ ਨੇ shared destination। ਅੱਛਾ, ਵੈਲਿਊ ਤੇ ਹੈ ਕੋਈ ਨਹੀਂ, ਹੁਣ ਕਰਨਾ ਕੀ ਹੈ? ਅੱਛਾ, ਮਗਰਬ ਦੀ ਵੈਲਿਊ ਤੇ ਅਸੀਂ ਚਲੋ ਨਾ ਡੈਮੋਕ੍ਰੇਸੀ ਦਿੱਤੀ, ਹਿਊਮਨ ਰਾਈਟਸ, ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ, ਫ੍ਰੀ ਮੀਡੀਆ, ਤੇ ਚਲੋ ਯਾਰ ਇੱਕ ਇਹੋ ਜਿਹੀ ਚੀਜ਼ਾਂ ਤੁਹਾਨੂੰ ਦਿੱਤੀਆਂ। ਜਦੋਂ ਚੀਨ ਕੋਲ ਆਏ, ਉਹਨਾਂ ਕੋਲ ਇਹ ਸ਼ੈਵਾਂ ਦੇ ਵੇਚਣ ਹੁੰਦੀ ਸਨ, ਉਹਨਾਂ ਸਾਨੂੰ ਦੇਤਾ ਸ਼ੇਅਰਡ ਡੈਸਟੀਨੇਸ਼ਨ ਕਿ ਆਓ ਇਕੋਨਮੀ। ਤੇ ਇਕੋਨਮੀ ਦੇ ਵਿੱਚ ਉਹਨਾਂ ਦੇ ਕੋਲ ਸਨ ਪੈਸੇ, ਉਹਨਾਂ ਨੇ ਬਣਾ ਲਿਆ ਸਾਰਿਆਂ ਨੂੰ ਮੁਰੀਦ। ਠੀਕ ਹੈ, ਯੂ ਆਰ 100% ਰਾਈਟ। ਤੇ ਇਹ ਸਰ ਇਹ ਗੇਮ ਸਾਡੇ ਨਾਲ, ਅਸੀਂ ਸ਼ੇਅਰਡ ਵੈਲਿਊਜ਼ ਤੋਂ ਸਾਨੂੰ ਇਹ ਸ਼ੇਅਰਡ ਡੈਸਟੀਨੇਸ਼ਨ ਵਾਲੇ ਪਾਸੇ ਲੈ ਕੇ ਜਾ ਰਹੇ ਸਰ। ਨਾ ਸਾਨੂੰ ਵੈਲਿਊ ਮਿਲੇਗੀ, ਨਾ ਡੈਸਟੀਨੇਸ਼ਨ ਮਿਲੇਗਾ। ਛੋਟੇ ਛੋਟੇ ਮੁਲਕ, ਫੀਜੀ ਟਾਈਪ ਦੇ ਮੁਲਕ ਖੜੇ ਹੋ ਗਏ
Cambodia survived a genocide, is now a stable country. Vietnam ਦੇ ਅੰਦਰ 30 ਸਾਲ ਜੰਗ ਰਹੀ ਸਰ, 30 years ਦੇ fought। ਕਦੀ ਸੁਣਿਆ ਕਿਸੇ ਵਿetnamੀ ਨੇ ਜਾ ਕੇ ਬੰਮ ਮਾਰਿਆ ਹੋਇਆ ਅਮਰੀਕੀ ਤੇ? ਜਿੰਨਾ ਅਮਰੀਕਾ ਨੇ ਕੀਤਾ ਜ਼ਿਆਦਤੀ ਵਿetnam ਦੇ ਨਾਲ ਕੋਈ ਕਰ ਹੀ ਨਹੀਂ ਸਕਦਾ। they moved ahead। ਮੈਂ I was reading my father's article 1970 ਦਾ ਹੈ। ਉਹ ਇੰਨਾ ਜ਼ਹਿਰ ਹੈ ਮੇਰੇ ਅਗੇਂਸਟ ਇੰਡੀਆ ਚੁੱਪ ਕਰਕੇ ਸਾਮ ਕੇ ਫੋਲਡ ਕਰਕੇ ਰੱਖਤਾ ਕਿ ਅਸੀਂ ਕੁੱਟ ਕੇ ਮਾਰਨਾ ਹੈ। but he wrote in 1970 that there is another war coming। 65 the war the anniversary ਲਿਖਿਆ। our whole mindset is that we are proud of those who plundered। ਜਿਨੇ ਆ ਕੇ ਅਬਦਾਲੀ ਨੇ ਲਾਹੌਰ ਨੂੰ ਸਾੜ ਕੇ ਖਤਮ ਕੀਤਾ, ਉਹ ਹੀਰੋ ਸਾਡਾ। ਤੇ ਜਿਹੜੇ ਸਾਡੇ ਨਾਲ ਮਰੇ ਉਹ ਹਿੰਦੂ ਸਿੱਖ ਜਿਹੜੇ ਪੰਜਾਬੀ ਰਹਿੰਦੇ ਸਨ, ਸਾਨੂੰ ਕੋਈ ਫਿਕਰ ਹੀ ਨਹੀਂ। ਕਿਸ ਪਾਕਿਸਤਾਨੀ ਨੂੰ ਨਹੀਂ ਪਤਾ ਕਿ ਲਾਹੌਰ ਜਿਹੜਾ ਹੈ ਉਹ ਇਨ ਹਿੰਦੂ ਥਾਟ ਐਂਡ ਰਿਲੀਜਨ ਉਹ ਰਾਮ ਦੇ ਪੁੱਤਰ ਦਾ ਨਾਂ ਹੈ, ਜਿਹੜਾ ਲਵ ਹੁੰਦਾ ਸੀ। ਦੋ ਸਨ, ਇੱਕ ਕੇਸ਼ ਤੇ ਇੱਕ ਲਵ। ਉਹ ਲਾਹੌਰ ਲਵ ਹੈ ਤੇ ਕਸੂਰ ਕੇਸ਼ ਹੈ। ਕਿਸੇ ਨੂੰ ਨਹੀਂ ਪਤਾ, ਕੋਈ ਪਾਕਿਸਤਾਨੀ ਨੂੰ ਪਤਾ ਹੀ ਨਹੀਂ ਕਿ ਲਾਹੌਰ ਆਇਆ ਕਿੱਥੋਂ, ਉਹਦਾ ਆਇਰਨ ਪਿਲਰ ਕਿੱਥੋਂ ਆਇਆ, ਕਿੰਨਾ ਹਿਸਟੋਰਿਕ ਸਿਟੀ ਹੈ, ਉਹਦੀ ਕੀ ਕੰਡੀਸ਼ਨ ਹੈ, ਕਿੱਥੋਂ ਗਿਆ, ਕਿਹਦੇ ਮੁਸਲਮਾਨ ਆਇਆ, ਸਿੱਖ ਕੌਣ ਹੈ, ਨਨ we know nothing। we are of ਫਲਸਤੀਨ पे हमला हुआ ना तो हम ना कहते, और ਫਿਲਸਤੀਨੀ ਥੁੱਕਦਾ ਵੀ ਨਹੀਂ ਤੁਹਾਡੇ ਕੋਲੋਂ। ਮੈਂ ਟ੍ਰੈਜਿਕ ਸਟੋਰੀ ਦੱਸਾਂ। 19 ਜਿਹੜੀ ਲੈਬਨੀ ਸਿਵਲ ਵਾਰ ਹੋਈ ਨਾ, ਤੇ ਸਾਡੇ ਜਿਹੜੇ ਕਾਮਰੇਡ ਬੜੇ ਸਨ, ਉਹ we will go and fight with the popular front। ਉਹ ਕਾਫੀ ਬੰਗਾਲੀ ਪੰਜਾਬੀ ਕਰਾਚੀ ਦੇ ਲੜਕੇ ਗਏ ਉੱਥੇ ਲਬਨਾਨ ਪੋਪੂਲਰ ਫਰੰਟ ਵਿੱਚ, ਬੜੇ ਲੈਫਟਿਸਟ। ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਟਾਇਲਟ ਸਾਫ਼ ਕਰ ਸਕਦੇ ਹੋ ਜਾਂ ਖਾਣਾ ਬਣਾ ਸਕਦੇ ਹੋ, ਲਰਨ ਵੀ ਵਿਲ ਨਾਟ ਅਲਾਉ ਦੈਟ। ਤੇ ਜਿਹੜੀ ਕੁੜੀਆਂ ਲੁੱਟੀਆਂ ਗਈਆਂ ਨੇ ਹੁਣ ਆਈਸਿਸ ਵਿੱਚ ਵੀ, ਉਹਨਾਂ ਨੇ ਪਾਕਿਸਤਾਨੀ ਨੇ ਕਿਹਾ ਇਸਲਾਮ ਵਿੱਚ ਕੋਈ ਨੌਨ ਅਰਬ ਕਿਸੇ ਅਰਬ ਕੁੜੀ ਦੇ ਨਾਲ ਸ਼ਾਦੀ ਨਹੀਂ ਕਰ ਸਕਦਾ। ਡਿਡ ਯੂ ਨੋ ਦੈਟ? it is prohibited। ਇਬਨ ਕਤੀਰ ਮਾਸ਼ਾਅੱਲਾ ਪਾਕਿਸਤਾਨ ਦਾ ਜਿਹੜਾ ਬਾਨੀ ਹੈ, you cannot, there is laws against people like us brown colored people to be considered equal। ਜਿਹੜਾ ਨੌਨ ਅਰਬ ਹੈ, ਹਿੰਦੀ ਹੈ, ਮੁਸਲਮਾਨ, ਇਬਨ ਕਤੀਰ ਕਹਿੰਦਾ ਹੈ, ਉਹ ਅਗਰ ਆਪਣੇ ਆਪ ਨੂੰ ਅਰਬ ਦੇ ਕਰੀਬ ਸਮਝਦਾ ਹੈ ਤੇ ਉਹ ਗੁਨਾਹ ਦਾ ਕੰਮ ਕਰ ਰਿਹਾ, he is committing a sin। ਉਸ ਟਾਈਮ ਤੇ ਵੀ ਸੁਨਨਤ ਦੀ ਗੱਲ ਸੀ ਨਾ, ਪ੍ਰੋਫਿਟ ਦੀ ਗੱਲ ਸੀ ਕਿ ਸਭ ਬਰਾਬਰ ਨੇ। ਉਹਨਾਂ ਨੇ ਪ੍ਰੋਫਿਟ ਦੇ ਬਾਅਦ ਕਿਸੇ ਨੂੰ ਇਕੁਅਲ ਨਹੀਂ ਸਮਝਿਆ। ਜਦ ਅਸੀਂ ਦੇਖੇ ਅਹਿਲੇ ਤਸ਼ੀਹ ਦੇ ਨਾਲ ਅਸੀਂ ਕੀ ਕਰ ਰਹੇ ਹਾਂ, ਬਸ ਆਪਣੇ ਅੰਦਰ ਕੋਈ ਇਕੁਐਲਿਟੀ ਨਹੀਂ, ਤਾਂ ਫਲਸਤੀਨ ਜਾ ਕੇ ਸ਼ੋਰ ਮਚਾਉਂਦੇ ਆ। ਤੇ ਚੀਨ ਬਰਬੇੜਾ ਕਰ ਰਿਹਾ, ਅਸੀਂ ਕਹਿੰਦੇ ਠੀਕ ਹੈ ਯਾਰ, ਦਾਮ ਤੇ ਸਹੀ ਦੇ ਰਹੇ। ਫਲਸਤੀਨ ਵਾਲੀ ਗੇਮ ਤਾਂ ਮੁੱਕ ਨਹੀਂ ਗਈ ਸਰ ਹੁਣ? ਸਾਡੇ ਵਾਸਤੇ ਨਹੀਂ ਮੁੱਕੇਗੀ। ਅਸੀਂ ਤੁਰਕੀ ਦੇ ਨਾਲ ਲੱਗ ਜਾਣਾ। ਕਦੀ ਹੋਇਆ ਕਿ ਅਸੀਂ ਜਦੋਂ ਪੈਦਾ ਹੋਏ ਤੇ ਸਾਡੇ ਕੋਲ ਮੁਹੰਮਦ ਅਲੀ ਜਿਨਾ ਸੀ, ਉਹ ਖਤਮ ਹੋ ਗਏ ਤੇ ਅਸੀਂ ਲੱਭਦੇ ਰਹੇ ਕਿਹੜਾ ਹੋਏ ਕਿਤਾ। ਪਹਿਲਾ ਜਿਹੜਾ ਬੰਦਾ ਅਸੀਂ ਰਿਸਪੈਕਟ ਕੀਤਾ, ਉਹ ਹੋ ਅਯੂਬ ਖਾਨ ਨੇ। ਤੇ ਓ ਮਾਈ ਗॉड, ਇਹ ਯੂਨੀਫਾਰਮ ਵੇਖੋ। ਮੈਂ ਆਈ ਵਾਸ ਅ ਲਿਟਲ ਕਿਡ, ਆਈ ਰਿਮੈਂਬਰ ਲੋਕੀ ਕਰਾਚੀ ਚ ਵਾਹ ਵਾਹ ਕਰਦੇ ਨੇ, ਹੈ ਫੌਜੀ ਆ ਗਏ, ਫੌਜੀ ਆ ਗਏ। ਉਹ ਤਬਾਹ ਮਚਾ ਗਏ, ਅਜੇ ਵੀ ਅਕਲ ਨਹੀਂ ਆਈ, ਹੁਣ ਵੀ ਬੈਠੇ ਨੇ। ਉਸ ਟਾਈਮ ਤੇ ਕਹਿਣਾ ਸੀ ਕਿ ਬਈ ਤੂੰ ਕਿੱਥੋਂ ਆ ਗਿਆ ਬਈ, ਅੰਗਰੇਜ਼ ਦਾ ਨੌਕਰ ਕਿੱਥੇ ਲੈ ਕੇ ਗਿਆ। ਬਟ ਵੀ ਹੈਵ ਨੈਵਰ ਅੰਡਰਸਟੂਡ ਕਿ ਸ਼ਾਹ ਈਰਾਨ ਦੀ ਉਹ ਫਰਾ ਕੀ ਨਾ ਸੀ, बीवी आंदी सी, सारे बच्चे बह जाते थे, फरा नाज, ओ माय गॉड, शाह ऑफ ईरान, शाहिनशाह आर्या महर। ਉਹ ਗਿਆ, ਅਸੀਂ ਕਾ ਕੋਈ ਗੱਲ ਨਹੀਂ, ਹੁਣ ਸਾਡਾ ਖੁਮੇਨੀ ਆ ਗਿਆ, ਅਸੀਂ ਕੁੱਟ ਲਾਣੀ ਸ਼ੁਰੂ ਕੀਤੀ ਸ਼ੀਆਂ ਦੀ। ਫਿਰ we didn't even know ਕਿ even the Shah was Shia। ਬੜੀ ਡਫਰ ਕੌਮ ਹੈ ਸਰ, ਤੈਨੂੰ ਪਤਾ ਹੀ ਕਿਸੇ ਨੂੰ ਜਿਹੜਾ ਸ਼ੀਆ ਹੈ ਉਹਦੀ ਤੁਸੀਂ ਸੁੰਨੀ ਤਰੀਕੇ ਦੇ ਨਾਲ ਜਨਾਜ਼ਾ ਕੱਢਦਾ, ਇਹਦਾ ਮਤਲਬ ਚਾਚਾ ਜੀ ਆਪਣੇ ਸੁੰਨੀ ਹੋ ਗਏ। ਆਗਾ ਖਾਨ ਕੌਣ ਸੀ? ਉਹ ਵੀ ਸ਼ੀਆ ਸੀ, ਮਾਰੋ ਨਾ ਉਹਨੂੰ ਪਹਿਲੇ ਨਾ, ਉਹ ਜਾ ਕੇ ਮਾਰਦੇ ਹਜ਼ਾਰੇ ਵਾਲੇ ਨੂੰ। ਦੇਖੋ ਖੁਦਾ ਦੀ ਕਸਮ,
we have, that is the reason that unless we believe in ourselves, we will never be confident to do anything. ਬਿਲਕੁਲ ਜ਼ਬਰਦਸਤ ਗੱਲ ਕੀਤੀ ਕਿ ਸਾਨੂੰ ਯੂ ਹੈਵ ਟੂ ਪੁੱਟ ਇਨ ਆਪਣੇ ਅੰਦਰ ਐਫਰਟ ਪਾਓ ਕਿ ਤੁਸੀਂ ਬੜਾ ਕੁਝ ਹੋ ਯਾਰ, ਆਪਣੇ ਆਪ ਨੂੰ ਸ਼ਨਾਖਤ ਦਿਓ, ਆਇਡੈਂਟੀਟੀ ਦਿਓ। ਸਰ ਇਹ ਜਿਹੜਾ ਮੈਂ ਅਕਸਰ ਗੱਲ ਵੀ ਕਰਨਾ ਕਿ ਵੇਖੋ ਅਸੀਂ ਗਏ ਆ ਮਗਰਬ ਦੀਆਂ ਸੁਸਾਇਟੀਆਂ 'ਚ, ਅਸਾਂ ਇੱਥੋਂ ਜਿਸ ਤਰ੍ਹਾਂ ਤੁਸੀਂ ਬੈਠੇ ਹੋ, ਅੱਛਾ ਇੱਥੋਂ ਜਾਂਦੇ ਨੇ ਸਾਰੇ ਮੁਸਲਮਾਨ ਕਿ ਉੱਥੇ ਜਾ ਕੇ ਕਹਿੰਦੇ ਨੇ ਭਾਈਜਾਨ ਅਸਾਂ ਹੁਣ ਇੱਥੋਂ ਇਹਨੂੰ ਬਦਲਣਾ, ਇਹਨੂੰ ਹੁਣ ਫਤਿਹ ਕਰਨਾ ਹੈ। ਸਾਡੇ ਅੰਦਰ ਇੱਕ ਤੇ ਪੁਰਾਣੀ ਗੱਲ ਜਿਹੜੀ ਨਾ ਇਹ ਨਹੀਂ ਨਿਕਲਦੀ, ਹਾਂ ਫਤਿਹ ਕਰਨੀ ਹਰ ਸ਼ੈ, ਹਰੇਕ ਨੂੰ ਅਸੀਂ ਠੀਕ ਕਰਨ ਜਾਂਦੇ ਹਾਂ। ਉਹ ਸਰ ਮਿਸਾਲ ਤੌਰ ਤੇ ਫਰਾਂਸ ਗਏ ਆ ਅਸੀਂ, ਠੀਕ ਹੈ, ਦੇਖੋ ਫਰਾਂਸ ਜਾ ਕੇ ਤੁਸੀਂ ਉਹਨਾਂ ਦੇ ਇੱਕ ਵੈਲਿਊਜ਼ ਨੇ, ਕਲਚਰ ਨੇ, ਸਦੀਆਂ ਤੋਂ ਉਹ ਬ੍ਰਾਂਡ ਨੇ, ਉਹਨਾਂ ਦਾ ਆਪਣਾ ਇੱਕ ਨਿਜ਼ਾਮ ਹੈ। ਤੁਸੀਂ ਬਜਾਏ ਇਸ ਦੇ ਕਿ ਉਹਦੀ ਰਿਸਪੈਕਟ ਕਰੋ, ਉਹਨਾਂ ਨੂੰ ਓਨ ਕਰੋ, ਕਰ ਸਕਦੇ ਹੋ ਤੇ ਉਹਨਾਂ ਦੇ ਨਿਜ਼ਾਮ ਦੀ ਹੈਲਪ ਕਰੋ, ਉਹਨਾਂ ਦੀ ਬਿਹਤਰੀ ਲਿਆਉਣ ਵਿੱਚ, ਔਰ ਤੁਸੀਂ ਆਪਣਾ ਅੱਗੇ ਉਹ ਸੈਕੂਲਰ ਨੇ, ਤੁਹਾਨੂੰ ਤੇ ਕੁਝ ਆਉਣ ਦੀ ਕੋਈ ਨਹੀਂ ਐਪ ਹੈ, ਤੇ ਤੁਸੀਂ ਕਿਉਂ ਬਜਾਏ ਉਹਨਾਂ ਦੀ ਸੈਕੂਲਰਿਜ਼ਮ ਨੂੰ ਵੀ ਹੱਥ ਪਾਉਂਦੇ ਹੋ ਪਏ? ਇਹ ਸਾਰੇ ਸੀ ਕਿਦੋਂ ਇਹ ਬਿਹਤਰੀ ਹੋ ਸਕਦੀ ਹੈ? ਉਹ ਜਿਹੜਾ ਮੁੰਡਾ ਪਾਕਿਸਤਾਨ ਦਾ ਸੀ, ਦੇਖੋ ਜਿਹਨੇ ਉੱਥੇ ਚਾਕੂ ਛੁਰੀਆਂ ਮਾਰਤੀਆਂ, ਉਹ ਵੇਖੋ ਮੇਰੀ ਗੱਲ ਸੁਣੋ, ਤੁਸੀਂ ਇਸਲਾਮ ਨੂੰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਆਪਣੀ, ਜਿਸ ਤਰ੍ਹਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣਾ ਕਿਰਦਾਰ ਪੇਸ਼ ਕੀਤਾ ਸੀ, ਉਹਨਾਂ ਪਹਿਲਾਂ ਜਾ ਕੇ ਛੁਰੀਆਂ ਮਾਰਤੀਆਂ ਤੇ ਬਾਦੂ ਆਪਣਾ ਕਿਰਦਾਰ ਵਿਖਾਓ, ਜਿੰਨੇ ਮੁਸਲਮਾਨ ਹੋਣਾ ਹੈ ਉਹ ਹੋ ਜਾਏਗਾ। ਇਹ ਸਰ ਕਿਦੋਂ ਕੋ ਸਾਡੀ ਜਾਨ ਛੁੱਟ ਜਾਏਗੀ? ਤੋਂ ਸਰ ਜਦੋਂ ਅਸੀਂ ਇਹ ਸਮਝਾਂਗੇ ਕਿ ਨੇਸ਼ਨ ਸਟੇਟ ਜਿਹੜਾ ਹੈ, ਜਿਹੜਾ ਕਨਸੈਪਟ ਹੈ, it is very new, it is post medieval, and it is based on the recognition that religion and politics is separate. ਮਜ਼ਹਬ ਦਾ ਕੰਮ ਹੈ ਮੋਰਲ ਕੰਪਸ ਦੇਣਾ। ਜਦੋਂ ਮੈਂ ਕਮਰੇ 'ਚ ਇਕੱਲਾ ਬੈਠਾ ਤੇ ਮੈਂ ਕਹਿ ਰਿਹਾ ਕੀ ਹੋ ਗਿਆ, ਕਦੋਂ ਬਿਮਾਰੀ ਖਤਮ ਹੋਏਗੀ, ਆਈ ਐਮ ਟਾਕਿੰਗ ਨਾਟ ਟੂ ਮਾਈ ਸੈਲਫ, ਆਈ ਐਮ ਟਾਕਿੰਗ ਟੂ who made me, whether I call him Allah or Bhagwan, it doesn't matter, or even if I'm an atheist, I'm in my own seclusion. ਅਸੀਂ ਇਲਜ਼ਾਮ ਦੇਣ ਦੇ ਪਿੱਛੇ ਲੱਗੇ ਨੇ ਕਿ ਕਿੰਨੇ ਕੰਸਪੀਰੇਸੀ ਕੀਤੀ ਹੈ। ਮੈਂ ਤੇ ਅੱਜ ਕਿਹਾ ਹੈ ਨਾ ਕਿ ਤੁਸੀਂ ਮਿਜ਼ਾਈਲ ਬਣਾਇਆ ਫਤਿਹ ਤੇ ਮੈਨੇ ਇਸ ਵਾਸਤੇ ਪਾਕਿਸਤਾਨ ਦੀ ਬਿਜਲੀ ਬੰਦ ਕਰਾ ਦਿੱਤੀ, ਉਹ ਲੋਕੀ ਸੀਰੀਅਸ ਨਹੀਂ ਲੈਂਦੇ। ਹਰ ਚੀਜ਼ ਕੰਸਪੀਰੇਸੀ ਹੈ। ਉਹ ਖੁਦਾ ਦਾ ਖੌਫ ਕਰੋ, ਬਿਜਲੀ ਇਜਾਦ ਕਰਨ ਜੋਗੇ ਨਹੀਂ ਹੋ ਤੁਸੀਂ, ਸਾਈਕਲਾਂ ਨਹੀਂ ਬਣਾ ਸਕਦੇ, ਕੋਈ ਚੀਜ਼ ਇਨਵੈਂਟ ਨਹੀਂ ਕੀਤੀ 500 ਸਾਲ ਵਿੱਚ। ਜਿਹੜੇ ਬਤੂਤਾ ਤੇ ਇਬਨ ਖਲਦੂਨ ਤੇ ਇਬਨ ਰੁਸ਼ਦ ਦੀ ਗੱਲ ਕਰਦੇ ਹੋ, ਉਹ ਆਪੇ ਦੇ ਵਰ ਆਲਮੋਸਟ ਐਥੀਇਸਟ, ਉਹ ਮਜ਼ਾਕ ਕਰਦੇ ਸਨ। unless you can laugh at yourself, which means laugh at your own religion, nobody will accept you as a normal human being. ਤੁਸੀਂ ਵੇਖੋ ਪੂਰਾ ਵੈਸਟ ਦਾ ਕਾਮੇਡੀ ਸੀਨ ਜਿਹੜਾ ਹੈ, ਉਹ ਜੀਸਸ ਦਾ ਵੀ ਮਜ਼ਾਕ ਉਡਾਉਂਦਾ, ਮੋਜ਼ਿਸ ਦੀ ਵੀ ਨਕਲਾਂ ਉਤਾਰਦਾ, ਹਰ ਕੋਈ ਕਰਦਾ, ਤੇ ਪਾਦਰੀ ਵੀ ਹੱਸ ਦਿੰਦੇ ਨੇ, ਹੈ ਨਾ। ਤੇ ਜਾ ਕੇ ਹਿਊਮਰ ਇਜ਼ ਦੀ ਜਿਹੜਾ how to measure civilization, humor and the ability to get insulted and walk away, that is the measure of civilization. ਵਾਹ 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 ਵਾਹ। ਨਹੀਂ ਸੀਰੀਅਸ, ਸਾਡੇ ਕਿਉਂ ਮੈਂ ਪੰਜਾਬੀਆਂ ਨੂੰ ਕਹਿਣਾ ਪੰਜਾਬੀ ਬੋਲੋ, ਸਾਡੀ ਜਿਹੜੀ ਤੁੱਕਬਾਜ਼ੀ ਹੈ ਉਹਦੇ ਵਿੱਚ ਇੱਕ ਦੂਜੇ ਦੀ ਇਸ ਤਰ੍ਹਾਂ ਸਵਾਦ ਤੇ ਮਿੱਟੀ ਬਣ ਜਾਂਦਾ ਹੈ, ਲੇਕਿਨ ਹੱਸਦੇ ਹੱਸਦੇ ਚਲੇ ਜਾਂਦੇ ਨੇ। ਇੱਕ ਸਰ ਗੱਲ ਪੁਆਇੰਟ ਐਡ ਕਰਾਂਗਾ ਮੈਂ। ਅਕਸਰ ਮੈਂ ਨਾ ਸੁਹੇਲ ਵੜੈਚ ਕੋਲੋਂ ਗੱਲ ਸੁਣੀ ਸਰ, ਜਿਹੜਾ ਸਾਥੀ ਹੈ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਹਿਊਮਰ ਨੂੰ ਬਰਦਾਸ਼ਤ ਕਰਨਾ, ਉਹ ਕਹਿੰਦਾ ਸਾਨੂੰ ਇਹ ਮੌਕਾ ਦੇਣਾ ਚਾਹੀਦਾ ਲੋਕਾਂ ਨੂੰ ਕਿ ਉਹ ਸਾਡੇ ਉੱਤੇ ਹੱਸ ਸਕਣ। ਐਬਸੋਲੂਟਲੀ। ਮੈਨੂੰ ਇਹ ਗੱਲ ਇੰਨੀ ਮਜ਼ਾ ਆਈ, ਮੈਂ ਕਿਹਾ ਯਾਰ ਬੰਦੇ ਨੂੰ ਆਪਣੇ ਆਪ ਨੂੰ ਮਜ਼ਾਕ ਕਰਨਾ ਚਾਹੀਦਾ, ਤੇ ਉਹਦੇ ਵਿੱਚ ਈਗੋ ਰੱਖੋ, ਠੀਕ ਹੈ ਰੱਖੋ, ਇਹ ਨਹੀਂ ਮੈਂ ਤੁਹਾਨੂੰ ਉਹਦਾ ਨਾਂ ਰੱਖੋ, ਇਨਸਾਨ ਵਿੱਚ ਹੁੰਦੀ ਹੈ, ਲੇਕਿਨ ਤੁਹਾਡੇ 'ਚ ਇੰਨਾ ਹੌਸਲਾ ਹੋਣਾ ਚਾਹੀਦਾ ਕਿ ਅਗਰ ਤੁਹਾਨੂੰ ਕੋਈ ਮਜ਼ਾਕ ਕਰਕੇ ਟੁਰ ਜਾਏ ਨਾ ਤੇ ਤੁਸੀਂ ਉਹਨੂੰ ਭੁੱਲ ਜਾਓ, ਨਾ ਕਿ ਦਿਲ 'ਚ ਪਾ ਕੇ ਬਹਿ ਜਾਓ। ਮੈਨੂੰ ਮੇਰਾ ਮਜ਼ਾਕ ਉਡਾਉਂਦੇ ਨੇ। ਉਹ ਕੌਣ ਨੇ ਸਰ? ਸੀਨੀਅਰ ਐਡਵੋਕੇਟ ਜਨਰਲ ਆਫ ਪਾਕਿਸਤਾਨ, ਉਹ ਬੰਦਾ ਜਿਹੜਾ ਟੀਵੀ ਤੇ ਆ ਕੇ ਮੇਰੇ ਗਾਲ ਕੱਟ ਕੇ ਗਿਆ ਕਿ ਤੁਝੇ ਦੇਖ ਲੂੰਗਾ ਐਂਡ ਆਲ दैट। ਹੀ ਡਿਡਨਟ ਨੋ दैट Midnight Children is one of the greatest books ever written in the English language.
ਉਹਨੇ ਕਿਹਾ ਮਿਡਨਾਈਟ ਤਾਰਿਕ ਪਤਾ ਕਹਿੰਦਾ ਮੈਂ ਮਿਡਨਾਈਟ ਚਿਲਡਰਨ ਦਾ ਸਲਮਾਨ ਰੁਦੀ ਮਿਡਨਾਈਟ ਚਿਲਡਰਨ ਦਾ ਮਤਲਬ ਹੈ ਸਲਮਾਨ ਰੁਦੀ ਦੀ ਹਰਾਮ ਦੀ ਔਲਾਦ ਹੈ। ਇਹ ਸਾਡੇ ਸੀਨੀਅਰ ਸਿਵਲ ਸਰਵੈਂਟ ਇਜ਼ ਅ ਹਾਰਵਰਡ PhD ਤੇ he has not understood ਕਿ what is midnight children and I'm seriously telling you as ਤੋਂ ਬਿਹਤਰ ਕਿਤਾਬ ਜਿਹੜੇ ਅੰਦਰ ਵਾਈਲਡ ਇਮੇਜਿਨੇਸ਼ਨ ਹੈ ਉਹ ਸਲਮਾਨ ਰੁਸ਼ਦੀ ਵੀ ਇੰਨਾ ਸ਼ਰਾਰਤੀ ਆਦਮੀ ਹੈ। ਉਹਨੇ ਪਾਕਿਸਤਾਨ ਦੇ ਜਨਰਲਸ ਦੀ ਜਿਹੜੀ ਮੀਟਿੰਗ ਹੈ ਉਹਦੇ ਅੰਦਰ ਜਾ ਕੇ ਬਹਿ ਜਾਂਦਾ, ਉਹਦਾ ਬੱਚਾ ਕੋਈ ਬੰਬਈ ਵਿੱਚ ਲੜ ਰਿਹਾ, ਕੋਈ ਮਰਾਠੀ, ਕੋਈ ਗੁਜਰਾਤੀ, ਕੋਈ ਪੰਜਾਬੀ। ਇਟਸ ਅ ਫੈਸੀਨੇਟਿੰਗ ਬੁੱਕ ਐਂਡ no it seemed nobody that was following this man ਉਹਨੇ ਪੜ੍ਹੀ, ਕਿਤਾਬ ਹੀ ਨਹੀਂ ਪੜ੍ਹੀ। ਰੁਸ਼ਦੀ ਵੀ ਪੰਜਾਬੀ ਨੇ, ਤੁਹਾਨੂੰ ਪਤਾ ਨਹੀਂ ਹੈ? ਇਹ ਬੰਬਈ ਸਾਰੇ ਬੰਬੇ ਤੋਂ ਪੰਜਾਬੀ ਨੇ, ਸਾਰੇ ਸ਼ਰਮਿੰਦਾ ਨੇ ਕਿ ਸਾਨੂੰ ਪੰਜਾਬੀ ਨਾ ਕਹਿਣਾ ਬਈ, ਉਰਦੂ ਬੜੀ ਅੱਛੀ ਬੋਲਦੇ ਆ। ਜਿਸ ਦਿਨ ਤੁਸੀਂ ਉਹ ਕੀ ਸ਼ਾਇਰ ਸੀ ਜਿਹਨੇ ਕਿਹਾ ਸੀ ਜਿੱਥੇ ਵੇਖੋ ਫੌਜਾਂ ਹੀ ਫੌਜਾਂ, ਅੱਗੇ ਪਿੱਛੇ ਮੌਜਾਂ ਹੀ ਮੌਜਾਂ, ਕਹਿੰਦੇ ਸਨ ਇਲਾਕਾਈ ਸ਼ਾਇਰ। ਚਲੋ ਬਲੋ ਸ਼ਾਇਰ ਸੀ, ਕੀ ਨਾਮ ਬੰਦ ਵੀ ਕਰ ਦਿਆ ਸੀ, ਭੁੱਟੋ ਨੇ ਬੰਦ ਕਰਾ, ਯਾਦ ਨਹੀਂ ਸਰ। ਕਹਿੰਦਾ ਜਿੱਥੇ ਸਾਡੀ ਮੌਜਾਂ ਹੀ ਮੌਜਾਂ, ਜਿੱਥੇ ਵੇਖੋ ਫੌਜਾਂ ਹੀ ਫੌਜਾਂ। ਸਰ ਇਹ ਗੱਲ ਦੱਸੋ ਜੀ ਸਰ, ਜਦੋਂ ਬੰਦਾ, ਇਹ ਬੜੀ ਅਹਿਮ ਸਵਾਲ ਹੈ ਸਰ, ਇੱਕ ਬੰਦਾ ਉਹ ਹਾਰਵਰਡ ਦਾ ਪੜ੍ਹਿਆ ਹੈ, ਇੱਕ ਬੰਦੇ ਨੇ PhD ਕਰ ਲਈ ਹੈ, ਇੱਕ ਬੰਦਾ ਸਿਵਲ ਸਰਵੈਂਟ ਹੈ। ਅੱਛਾ, ਇਨਸਾਨ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਆਪਣੀ ਸ਼ਨਾਖਤ ਪੈਦਾ ਕਰੇ, ਉਹ ਚਾਹੁੰਦਾ ਸ਼ਨਾਖਤ ਬਣ ਜਾਏ। ਜਦੋਂ ਸਾਡੀ ਸ਼ਨਾਖਤ ਬਣ ਜਾਂਦੀ ਹੈ, ਅਸੀਂ ਸੈਟਲ ਹੋ ਚੁੱਕੇ ਹਾਂ, ਸਾਨੂੰ ਰੈਵਨਿਊ ਰਿਸੋਰਸਿਸ ਵੀ ਆ ਰਹੇ ਨੇ, ਸਾਨੂੰ ਮਾਸ਼ਰੇ ਚ ਲੋਕਾਂ ਨੇ ਐਕਸੈਪਟ ਵੀ ਕਰ ਲਿਆ, ਤੇ ਫਿਰ ਅਸੀਂ ਕਿਉਂ ਪੰਜਾਬੀ ਜ਼ੁਬਾਨ ਨੂੰ ਫਿਰ ਵੀ ਆਪਣੀ ਇੱਕ, ਦੇਖੋ ਮੇਰੀ ਜ਼ੁਬਾਨ ਪੰਜਾਬੀ ਹੈ, ਮੈਂ ਅਲ ਜਜ਼ੀਰਾ TV ਤੇ ਵੀ ਆਉਣਾ, ਮੈਂ ਗਲੋਬਲ ਟੈਲੀਵਿਜ਼ਨਾਂ ਤੇ ਵੀ ਆਉਣਾ, ਮੈਂ ਪਾਕਿਸਤਾਨੀ ਤੇ ਵੀ ਆਉਣਾ, ਮੈਂ ਪਿੰਡ ਵੀ ਆਪਣੇ ਜਾਣਾ ਸਰ, ਹਰ ਮਹੀਨੇ 'ਚ 2 ਵਾਰੀ ਪਿੰਡ ਵੀ ਜਾਈਦਾ, ਉੱਥੇ ਜਾ ਕੇ ਪੰਜਾਬੀ ਵੀ ਬੋਲ। ਲੇਕਿਨ ਹੁਣ ਮੈਂ ਕਹਾਂ ਕਿ ਨਹੀਂ ਜੀ, ਜਦੋਂ ਮੈਂ ਕਿਧਰੇ ਗੋਰਿਆਂ ਨਾਲ ਗੱਲ ਕਰਾਂਗਾ ਤੇ ਮੈਂ ਗੋਰਾ ਬਣ ਜਾਵਾਂਗਾ, ਅੰਗਰੇਜ਼ੀ ਬੋਲਾਂਗਾ, ਜਦੋਂ ਪਿੰਡ ਜਾਵਾਂਗਾ ਤੇ ਇਹ ਕਿਉਂ ਇਸ ਸਾਥੇ ਕੰਮ ਤੇ ਨਹੀਂ ਨਿਕਲਦਾ ਸਰ? ਇਹਦਾ ਕਸੂਰ ਸ਼ੁਰੂ ਤੋਂ ਹੈ ਕਿ ਦੇਖੋ ਈਵਨ ਫੈਜ਼, ਸਾਡੀ ਇਨਫੀਰੀਅਰਿਟੀ ਕੰਪਲੈਕਸ ਵੇਖੋ ਕਿ ਫੈਜ਼ ਕਹਿੰਦਾ ਕਿ ਮੈਂ ਬਿਲੀਵ ਹੀ ਨਹੀਂ ਕਰਨਾ ਕਿਸੇ ਵਿੱਚ, ਮੈਂ ਐਥੀਇਸਟ ਹਾਂ, ਫਿਰ ਵੀ ਮੌਲਵੀ ਕੋਲੋਂ ਆਪਣੀ ਜਨਾਜ਼ਾ ਬੱਚਿਆਂ ਨੂੰ ਕਿਹਾ ਜਾਂਦਾ ਨਾ ਕਿ ਨਮਾਜ਼ ਜਨਾਜ਼ਾ ਪੜਾ ਦੇਣਾ ਹੋਈਆ, ਇਹ ਨਾ ਹੋ ਕੇ ਬਾਹ ਪਿਟਾਈ ਹੋ। ਉਹ ਪੰਜਾਬੀ ਸੀ, ਉਹਨੇ ਕਦੀ ਪੰਜਾਬੀ ਚ ਕੁਝ ਕਿਹਾ? ਕਦੀ ਇਕਬਾਲ ਨੇ ਪੰਜਾਬੀ ਚ ਕਿਹਾ? ਇਕਬਾਲ ਦਾ ਨਾਂ ਈਰਾਨ ਵਿੱਚ ਹੈ ਇਕਬਾਲ ਲਾਹੌਰੀ, ਹਾਂ, ਤੇ ਲਾਹੌਰੀ ਜਿੰਨੇ ਨਾ ਉਹ ਸ਼ਰਮ ਨਹੀਂ, ਯਾਰ ਇਹ ਲਾਹੌਰੀ ਕੋਈ ਨਾ ਯਾਰ, ਕੋਈ ਗਵਾਲ ਮੰਡੀ ਦਾ ਬੰਦਾ ਲੱਗਦਾ ਹੈ, ਲਾਹੌਰੀ ਇਸ ਤਰ੍ਹਾਂ ਲੱਗਦਾ ਹੈ ਦਾਤਾ ਦਰਬਾਰ ਦੇ ਕੋਈ ਫਕੀਰ ਬੈਠਾ ਹੈ। ਉਹ ਖੁਦਾ ਦੇ ਵਾਸਤੇ, this is the most historic city. It is because of Punjabi that the rest of India has developed languages. ਅਸੀਂ ਹਾਂ ਤੇ ਦੁਨੀਆ ਹਿੰਦੁਸਤਾਨ ਹੈ, ਸਾਡੇ ਕੋਲ ਇੰਡਸ ਜਾਂਦਾ ਹੈ, ਸਾਡੇ ਦਰਿਆ ਨੇ, ਰਾਵੀ ਹੈ, ਚਨਾਬ ਹੈ, ਜੇਲਮ ਹੈ, ਬਿਆਸ, ਤਾਂ ਖੈਰ ਛੋਟਾ ਸੀ, ਮੈਂ ਇੰਡੀਆ ਨੂੰ ਦੇ ਦਿੱਤਾ ਕੰਪਲੀਟਲੀ, ਲਿਆ ਤੁਸੀਂ ਰੱਖੋ, ਲੇਕਿਨ ਕੋਈ ਅਹਿਮੀਅਤ ਨਹੀਂ ਦਿੰਦੇ ਅਸੀਂ। ਦੇਖੋ ਇੱਕ ਯਾਦ ਰੱਖਣਾ, ਸਾਰੀ ਦੁਨੀਆ ਦੀ ਸਿਵਲਾਈਜੇਸ਼ਨ ਜਿਹੜੀਆਂ ਨੇ ਉਹ ਡੈਲਟਾ ਵਿੱਚ ਬਣਦੀਆਂ ਨੇ, ਜੈਸੇ ਇਜਿਪਸ਼ੀਅਨ ਨਾਈਲ ਡੈਲਟਾ ਹੈ, ਜਾਂ ਆਪ ਤੁਹਾਡੀ ਡੈਨਿਊਬ ਜਾਂਦੀ ਜਿੱਥੇ ਖਤਮ ਹੁੰਦੀ ਹੈ, ਇੱਥੇ ਸਿਵਲਾਈਜੇਸ਼ਨ। ਇਹ ਜਿਹੜਾ ਹੈ ਪੰਜਾਬ, ਇਹ ਟ੍ਰਿਬਿਊਟਰੀਜ਼ ਦੇ ਅੰਦਰ ਸਿਵਲਾਈਜੇਸ਼ਨ ਬੜੀ ਹੈ, ਜਿੱਥੇ ਪਾਣੀ ਖਤਮ ਨਹੀਂ ਹੋਇਆ ਉਹ ਪਾਣੀ ਸ਼ੁਰੂ ਹੋਇਆ। ਐਮਾਜ਼ੋਨ ਤੁਸੀਂ ਵੇਖੋ ਜਿੱਥੇ ਡਿੱਗਦਾ ਹੈ ਉਧਰ ਹੈ ਸ਼ਹਿਰ, ਇੰਡਸ ਜਿੱਥੋਂ ਜਾਂਦਾ ਹੈ ਨਾ ਉਹਦਾ ਕੋਈ ਸ਼ਹਿਰ ਹੀ ਨਹੀਂ ਹੈ। ਦੇਬੁਲ ਸੀ, ਉਹ ਮੁਹੰਮਦ ਬਿਨ ਕਾਸਿਮ ਠੀਕ ਠਾਕ ਸੈੱਟ ਕਰਕੇ ਚਲਾ ਗਿਆ, ਉਹਦੇ ਬਾਅਦ ਕਿਸੇ ਨੇ ਮੁਰੰਮਤ ਨਹੀਂ ਕਰਾਈ ਉਹਦੀ। ਲੇਕਿਨ ਵੀ ਹੈਵ ਨੋ ਰਿਸਪੈਕਟ ਫॉर ਦੀ ਰਿਵਰਸ ਸਰ। ਇੰਨਾ ਸੇਮ ਥੂਰ ਦਾ ਪ੍ਰੋਬਲਮ ਕਰਕੇ ਅਸੀਂ ਸਿੰਧ ਵਿੱਚ ਜਿਹੜੀ ਟ੍ਰੇਨ ਜਾਂਦੀ ਸੀ ਅੱਧਾ ਘੰਟਾ ਲੱਗਦਾ ਸੀ, ਰੋੜੀ ਤੋਂ ਹੈਦਰਾਬਾਦ ਜਾਣ ਤੇ ਸੱਕਰ, ਪਾਣੀ has disappeared. We have sucked out all the water and the salt is going down. Environment, हर कोई चीज ਜਿਹੜੀ ਹੈ you have to respect it and own it. क्यों तुर्कियां ਦੇ ਪਿੱਛੇ ਪੈ ਗਏ ਸਰ? ਤੁਰਕੀਆਂ ਨੇ ਤਾਂ ਸਾਡਾ ਸਤਿਆਨਾਸ਼ ਕੀਤਾ।
ਇੰਨੇ ਲੋਕ, ਇੰਨਾ ਮੁਸਲਮਾਨ ਤੁਰਕ ਨੇ ਮਾਰਿਆ ਪਾਕਿਸਤਾਨ ਵਿੱਚ ਕਿ ਪੂਰੀ ਹਿਸਟਰੀ ਚਲੀ ਆਂਦੀ ਸਾਰੇ। ਇਹ ਅੱਛਾ ਅਸੀਂ ਸਮਝਦੇ ਹਾਂ ਕਿ ਜਾ ਕੇ ਸਿੱਧਾ ਹਿੰਦੂਆਂ ਨੂੰ ਮਾਰਦੇ ਸਨ, ਉਹ ਉਧਰ ਦਿੱਲੀ ਤੱਕ ਜਾਣ ਵਾਸਤੇ ਯੂ ਹੈਡ ਟੂ ਗੋ ਥਰੂ ਪਸ਼ਤੂਨ, ਕਾਬੁਲ, ਇਹ ਸਾਰਾ ਇਲਾਕਾ ਮੁਸਲਮਾਨਾਂ ਦਾ ਸਭ ਨੇ ਕਤਲੇਆਮ ਕੀਤਾ ਉੱਥੇ, ਸਾਡੀ ਹਿਸਟਰੀ ਬੁੱਕ ਬਲੈਂਕ ਕਰ ਦਿੱਤੀ। ਇੱਕ ਕਿਤਾਬ ਨਹੀਂ ਹੈ ਜਿਹੜੀ ਪੰਜਾਬੀ ਵਿੱਚ ਕਿਸੇ ਨੇ ਪੰਜਾਬੀ ਚ ਲਿਖੀ ਹੋਈ। ਮੈਂ ਇਹ ਵੀ ਨਹੀਂ ਕਹਿੰਦਾ ਸਕ੍ਰਿਪਟ ਕਿਹੜਾ ਹੋਏ, ਪੰਜਾਬੀ ਤੁਸੀਂ ਲੈਟਿਨ ਵਿੱਚ ਲਿਖੋ, ਫਾਰਸੀ ਸਕ੍ਰਿਪਟ ਵਿੱਚ ਲਿਖੋ, ਗੁਰਮੁਖੀ ਚ ਲਿਖੋ, ਜਿੱਥੇ ਵੀ ਜਿਸ ਟਾਈਪ ਦਾ ਵੀ ਹੈ, ਲੇਕਿਨ not a single book after 70 years. Can you imagine? ਬਿਲਕੁਲ ਸਹੀ। This is poetry ਤੇ ਕਲਚਰ ਦੇਖੋ ਸਰ। ਮੈਂ ਕਹਿੰਦਾ these guys who do ਤੁਕਬਾਜ਼ੀ ਜਿਹੜੇ ਕਰਦੇ ਨੇ, ਜੇ ਮਰਾਸੀ ਆਂਦੇ ਨੇ, ਇਹਨਾਂ ਨੂੰ ਦਿਓ ਗੋਲਡ ਮੈਡਲ, ਖੁਦਾ ਦੀ ਕਸਮ, ਇਹਨਾਂ ਨੂੰ ਬੁਲਾ ਕੇ ਕਹੋ ਕਿ ਕਿਹੜਾ ਨਿਸ਼ਾਨ ਹੈ ਪਾਕਿਸਤਾਨ ਜਿਹੜਾ ਹੈ। ਬ੍ਰਿਲੀਅੰਟ ਮਾਈਂਡ ਸਰ, ਉੱਥੇ ਬੈਠੇ ਬੈਠੇ ਤੁਸੀਂ, ਮੈਂ ਤੇ ਹੈਰਾਨ ਹੋ ਜਾਂਦਾ ਕਦੀ। ਮੈਂ ਆਈ ਲਿਸਨ ਟੂ ਇਟ ਐਂਡ ਆਈ ਗੈਟ ਰੀ ਐਨਰਜਾਈਜ਼ਡ। ਚਾਹੇ ਉਹ ਮੀਸ਼ਾ ਜਿਹੜੀ ਉਹ ਸਿੰਗਰ ਹੈ, ਚਾਹੇ ਆਪਣਾ ਨਵਾਜ਼ ਸ਼ਰੀਫ ਦੀ ਬੱਚੀ ਦਾ ਕੀ ਮਰੀਮ, ਮਾਈ ਗॉड ਸਰ, ਉਹਨੇ ਲਾਹੌਰੀ, ਉਹ ਲਾਹੌਰੀਓ ਉਹਨੇ ਕਿਹਾ ਆਈ ਫੈਲਟ आई वाज इन हेवन, क्योंकि हर कोई आंदा लाहौर के रहने वालों मेरा सलाम है आपको। फिटे मुंह ਤੁਹਾਡਾ, ਅਸੀਂ ਲਾਹੌਰ ਕੇ ਰਹਿਣੇ ਵਾਲੇ ਨਹੀਂ ਹੈ, ਵੀ ਲਾਹੌਰੀ ਅਸੀਂ ਪਿੰਡਾਂ ਤੋਂ। ਸਾਨੂੰ ਕਹਿੰਦਾ ਕਿਸੇ ਪੰਜਾਬੀ ਪਾਕਿਸਤਾਨੀ ਨੂੰ ਪੁੱਛੋ ਕਿਸ ਪਿੰਡ ਤੋਂ, ਡੂ ਆਈ ਲੁੱਕ ਲਾਈਕ ਸਮਨ ਫਰਮ ਪਿੰਡ? ਯੈਸ। ਹੋਰ ਕਿੱਥੋਂ ਹੈ ਤੂੰ, ਅਸਮਾਨ ਤੋਂ ਡਿੱਗਿਆ? ਐਵਰੀਬਾਡੀ ਹੈਜ਼ ਅ ਵਿਲੇਜ। In Pakistan, nobody has a village. बड़ी tragedy है। The day we are proud के ਅਸੀਂ ਜਨਾਬ ਚੱਕ ਨੰਬਰ 44 ਤੇ ਪੈਦਾ ਹੋਇਆ ਸਾਂ, ਮੇਰੇ ਅੱਬਾ ਨੇ ਬੜੀ ਕੰਮ ਕੀਤੀ। ਹੁਣ ਅਸੀਂ ਇਸਲਾਮਾਬਾਦ ਰਹਿੰਦੇ ਆ ਤੇ ਸਾਰੀ ਗੱਲ ਹੈ, ਹੁਣ ਇੱਥੇ ਵੀ ਆਬਾਦ ਸ਼ਹਿਰ, ਤੇ ਉਹ ਜਿਹੜੇ ਹੁਣ ਮੈਂ ਤੇ ਨਹੀਂ ਆਖ ਸਕਦਾ ਮੈਂ ਇਸਲਾਮਾਬਾਦ ਦਾ ਵਾਂ, ਚਲੋ ਮੈਂ ਆਪਣੇ ਰੋਜ਼ਗਾਰ ਕਾਰੋਬਾਰ ਮੈਂ ਇੱਥੇ ਪੜਾਣਾ ਵਾਂ ਤੇ ਮੈਂ ਇੱਥੇ ਆ ਗਿਆ, ਲੇਕਿਨ ਹੈ ਤੇ ਮੈਂ ਉੱਥੋਂ ਨਹੀਂ ਜਿੱਥੋਂ ਦਾ ਮੈਂ ਆਇਆ, ਮੇਰੀ ਪੈਦਾਇਸ਼ ਚ, ਤੇ ਉਹ ਭੁੱਲਣਾ ਵੀ ਨਹੀਂ ਚਾਹੀਦਾ। ਬਹਰਹਾਲ ਚਲੋ ਇਹ ਲੋਕਾਂ ਨੂੰ ਇਹ ਜਿਹੜੀ ਸ਼ਨਾਖਤ ਇਹਦੇ ਹਵਾਲੇ ਨਾਲ ਇਹ ਮੇਰਾ ਖਿਆਲ ਹੈ ਕਿ ਇੱਕ ਐਸਾ ਕੰਪਲੈਕਸ ਜਿਹੜਾ ਕਿ ਹੋਣਾ ਨਹੀਂ ਚਾਹੀਦਾ। ਹੋ ਜਾਏਗਾ ਸਰ, ਹੋ ਜਾਏਗਾ, ਠੀਕ ਹੋ ਜਾਏਗਾ, ਮੈਂ ਕਹਿ ਰਿਹਾ ਤੁਹਾਨੂੰ। ਜੀ ਸਰ, ਅਗਲਾ ਟੌਪਿਕ ਡਿਸਕਸ ਕਰੀਏ। ਜੀ ਜੀ। ਦੋ ਟੌਪਿਕ ਸਾਡੇ ਹੋ ਗਿਆ, ਆਈਡੈਂਟੀਟੀ ਹੋ ਗਈ, ਜਿਹੜਾ ਕਿ ਸਾਡਾ ਬਹੁਤ ਪ੍ਰੈਸਿੰਗ ਟੌਪਿਕ ਹੈ। ਤੁਸੀਂ ਜਿਹੜੀ ਮਰਾਸੀਆਂ ਵਾਲੀ ਗੱਲ ਕੀਤੀ ਹੈ ਨਾ, ਇਹਨਾਂ ਮਰਾਸੀਆਂ ਨੂੰ ਦਿਓ ਪਾਵਰ, ਇਹ ਬੜੀ ਗੱਲ ਜੇ। ਸਾਡੇ ਪਿੰਡਾਂ ਦੇ ਵਿੱਚ ਇਹ ਮਰਾਸੀ ਜਿਹੜੇ ਨੇ ਆ ਕੇ ਇੰਨਾ ਹੀ ਤੇ ਸਾਡੀਆਂ ਵੈਲਿਊਜ਼, ਮਤਲਬ ਮੈਨੂੰ ਫਰੈਂਕਲੀ ਸਪੀਕਿੰਗ ਸਾਡੇ ਦਾਦਾ ਦੀ ਗੱਲ ਸਾਨੂੰ ਇਹ ਮਰਾਸੀ ਆ ਕੇ ਦੱਸਦੇ ਸਨ ਕਿ ਮਰਾਸੀ ਜੀ ਤੁਹਾਡੇ ਵੱਲ ਤੇ ਦਾਦਾ ਤੋਂ ਇਹਨਾਂ ਨੂੰ ਚੀਜ਼ਾਂ ਯਾਦ ਹੁੰਦੀਆਂ ਨੇ। ਬਟ ਸਰ ਇੱਕ ਬੜਾ ਇੰਟਰਸਟਿੰਗ ਟੌਪਿਕ ਇਹਨੂੰ ਕਰਾਂਗੇ ਸਰ। ਐਕਸਟ੍ਰੀਮਿਜ਼ਮ ਤੇ ਆ ਜਾਈਏ ਸਰ, ਇਹ ਜਿਹੜੀ ਇੰਤਹਾ ਪਸੰਦੀ ਹੈ ਅਸਾਂ ਅਮਰੀਕਾ 'ਚ ਵੀ ਵੇਖ ਲਈ, ਅਸੀਂ ਆਂਦੇ ਹੈ ਬੜੇ ਸੋਬਰ ਨੇ, ਠੀਕ ਹੈ, ਤੇ ਉੱਥੇ ਵੀ ਅਗਲੇ ਦਿਨ ਉਹਨਾਂ ਨੇ ਸਾਰਾ, ਮੈਂ ਤੁਹਾਡੀ ਟਵੀਟਾਂ ਵੀ ਪੜ੍ਹਦਾ ਸਾਂ, ਤੇ ਉਹਨਾਂ ਵੀ ਜਨਾਬ ਉਹਦਾ ਟਵਿੱਟਰ ਸਸਪੈਂਡ ਕਰ ਛੜਿਆ। ਉਹਨੇ ਕਿਹਾ ਏਡਾ ਇੰਤਹਾ ਪਸੰਦ ਬੰਦਾ ਹੈ, ਸਿਟਿੰਗ ਪ੍ਰੈਜ਼ੀਡੈਂਟ ਦੇ ਨਾਲ ਉਹਨਾਂ ਨੇ ਕੀਤਾ, ਉਹਦਾ ਟਵਿੱਟਰ ਬੰਦ ਕਰ ਛੜਿਆ। ਤੇ ਇਹ ਸਾਡੇ ਇੱਥੇ ਹੋਰ ਤਰ੍ਹਾਂ ਦੀ ਇੰਤਹਾ ਪਸੰਦੀ, ਮਜ਼ਹਬੀ ਇੰਤਹਾ ਪਸੰਦੀ ਹੈ। ਇਹ ਸਾਰੇ ਅਸੀਂ ਕਿਸੇ ਇਹ ਪੋਲਰਾਈਜੇਸ਼ਨ ਤੇ ਵੱਧਦੀ ਹੀ ਪਈ ਸਰ, ਘਟਣ ਤੇ ਨਹੀਂ ਡਈ। ਦੇਖੋ ਸਰ, ਪਹਿਲੇ ਜਿਹੜਾ ਕੋਲਡ ਵਾਰ ਤੱਕ ਜਿਹੜਾ ਜ਼ਮਾਨਾ 1990 ਤੱਕ ਤੁਸੀਂ ਜਾਓ, ਇੱਕ ਬਾਈ ਦ ਵੇ ਕਹਿ ਦਿਆਂ, ਕੋਈ ਮਰਾਸੀ ਕਦੀ ਐਕਸਟ੍ਰੀਮਿਸਟ ਨਹੀਂ ਹੋਏਗਾ। ਕਦੀ ਤੁਸੀਂ ਇੱਕ ਮਰਾਸੀ ਦੇ ਜੋ ਫੜਿਆ ਗਿਆ ਬੰਮ, ਨੋ। ਮਰਾਸੀ ਦਾ ਕੰਮ ਹੈ ਮੋਡਰੇਟ ਹੋਣਾ, ਹੱਸਦੇ ਰਹਿਣਾ ਆਪਣੇ ਉੱਤੇ, ਦੂਜਿਆਂ ਦੇ ਉੱਤੇ। ਸੜਕ ਤੇ ਬੈਠਾ ਹੁੰਦਾ, ਦੋ ਤੁੱਕ ਮਾਰ ਦਿੰਦਾ, ਤੇ ਅਗਰ ਕੋਈ ਲੇਡੀਜ਼ ਹੋਏ ਤਾਂ ਉਹਨਾਂ ਨੂੰ ਡਰ ਕੇ ਸਲਾਮ ਵੀ ਕਰ ਦਿੰਦਾ, ਆਂਟੀ ਜੀ ਕੀ ਹਾਲ ਹੈ। ਅੱਛਾ, ਇਹ ਡਿਵੀਜ਼ਨ ਜਿਹੜੀ ਹੈ ਅਜੇ ਅਸੀਂ ਡਿਮਾਰਕੇਟ ਨਹੀਂ ਕੀਤੀ ਕਿ ਹੋਇਆ ਕੀ। 1990 ਤੱਕ ਅਗਰ ਤੁਸੀਂ 200 ਸਾਲ ਪਿੱਛੇ ਲੈ ਕੇ ਜਾਓ, 1790 ਤੇ ਚਲੇ ਜਾਓ, there was a constant war ਜਿਹਦੇ ਅੰਦਰ ਲੋਕ, ਆਮ ਬੰਦਾ ਜਿਹੜਾ ਸੀ, ਜਿਹੜਾ ਵਰਕਿੰਗ ਕਲਾਸ ਸੀ, ਉਹ ਬਗਾਵਤ ਕਰ ਰਿਹਾ ਸੀ ਆਪਣੇ ਓਨਰਸ ਦੇ ਨਾਲ, ਸਰਫਡਮ, ਜ਼ਮੀਂਦਾਰੀ, ਉਸ ਟਾਈਪ ਦਾ, ਜਾਂ ਫੈਕਟਰੀ ਦਾ ਵਰਕਰ, ਟ੍ਰੇਡ ਯੂਨੀਅਨ ਦਾ ਚੱਕਰ। ਤੁਸੀਂ ਪਹਿਲੇ ਵੇਖੋ ਫ੍ਰੈਂਚ ਰੈਵੋਲੂਸ਼ਨ ਜਿਹੜਾ ਹੈ, ਇਹ ਵੀ 1700 ਦਾ ਹੈ। ਪੂਰਾ ਉਹਦਾ ਐਸੈਂਸ ਜਿਹੜਾ ਦੁਨੀਆ ਦਾ
ਅੱਜ ਜਿਹੜਾ ਵੈਸਟਰਨ ਸਿਵਲਾਈਜੇਸ਼ਨ ਹੈ that is based on the French Revolution ਕਿ ਆਮ ਲੋਕੀ ਉੱਠੇ ਥੇ ਉਹੀ ਫੇਮਸ ਲਾਈਨ ਆਂਦੀ ਹੈ ਕਿ why don't they eat cake ਇਹ ਪੈਸੇ ਵਾਲਿਆਂ ਨੂੰ ਅੱਜ ਤੱਕ ਨਹੀਂ ਸਮਝ ਆਇਆ ਕਿ why can't we eat cake ਜੋ ਕੁਝ ਵੀ ਹੋਇਆ ਚੇਂਜਸ ਆਈਆਂ ਜਰਮਨੀ ਵਿੱਚ ਰੈਵੋਲੂਸ਼ਨ ਆਇਆ ਫਰਸਟ ਵਰਲਡ ਵਾਰ ਹੋਈ ਤੁਸੀਂ ਵੇਖੋ ਕਿੰਨੇ ਕਿੰਨੇ ਮੁਲਕਾਂ 'ਚ ਕੀ ਚੇਂਜਸ ਆਈਆਂ ਐਂਡ ਤੁਰਕੀ ਸਲਤਨਤ ਨੂੰ ਵੇਖੋ ਕਿ ਵੀਅਨਾ ਦੇ ਅੱਗੇ ਇਹਨਾਂ ਦੀ ਡਿਫੀਟ ਹੋਈ ਇਨ 1678 ਜਦ ਪੋਲੈਂਡ ਤੇ ਲਿਥੂਏਨੀਆ ਦੀ ਫੌਜਾਂ ਨੇ ਲਾ ਕੇ 9/11 ਦੀ ਡੇਟ ਬੜੀ ਇੰਪੋਰਟੈਂਟ ਹੈ ਅਸੀਂ ਭੁੱਲ ਜਾਂਦੇ ਹਾਂ that is the day Europe defeated the Turks and the Turks won because the Turks were oppressing the Muslims that they had engaged ਉਹਨਾਂ ਦੇ ਜਾਨਿਸਾਰੀ ਉਹਨਾਂ ਦੇ ਦੂਜੇ ਕਈ ਟਾਈਪ ਦੇ ਟਾਟਰਸ ਮੁਸਲਿਮ ਸਨ that hegemony collapsed ਤੇ 200 ਸਾਲ ਲੱਗੇ ਉਹਨੂੰ ਪਿੱਛੇ ਆਉਣ ਵਿੱਚ ਇਹ ਪੂਰੀ ਜੰਗ ਜਿਹੜੀ ਸੋਸ਼ਲਿਜ਼ਮ ਦੀ ਹੈ ਮਾਰਕਸਿਸਟ ਨੇ ਇਹ ਤੁਸੀਂ ਲਾਹੌਰ ਦਾ ਬਹੁਤ ਪੁਰਾਣਾ ਟ੍ਰੈਡੀਸ਼ਨ ਹੈ ਇੱਥੇ ਬਹੁਤ ਬੜਾ ਸੋਸ਼ਲਿਸਟ ਪੈਦਾ ਹੋਇਆ ਭਗਤ ਸਿੰਘ ਤੋਂ ਲੈ ਕੇ ਮੀਆਂ ਇਫਤਖਾਰਉদ্ਦੀਨ ਨੂੰ ਵੇਖੋ ਐਰਿਕ ਸਿਪਰੀਅਨ ਅਗਰ ਵੇਖੋ ਇਹ ਸਾਰੇ ਲੋਕੀ ਇਹਦੇ ਚ ਨਿਕਲੇ ਕਿ ਬਈ ਟ੍ਰੇਡ ਯੂਨੀਅਨ ਰਾਈਟਸ ਕਿਉਂ ਨਹੀਂ ਇੱਕ ਮਜ਼ਦੂਰ ਨੂੰ ਕਿਉਂ ਨਹੀਂ ਮਿਲਦਾ ਕੁਝ ਖਾਣ ਨੂੰ ਹੋਇਆ ਹੈ ਕਿ ਜਿਹੜਾ ਡਿਜ਼ਾਸਟਰ 1990 ਚ ਹੋਇਆ that starts from Chernobyl's blowing up. The entire Soviet Union's economy had to be generated, and that year somehow Pakistan was made to assassinate Nur Mohammad Taraki, ਜਿਹੜਾ ਅਫਗਾਨਿਸਤਾਨ ਦਾ ਲੀਡਰ ਸੀ ਕਮਿਊਨਿਸਟ ਹਫੀਜ਼ੁਲ ਅਮੀਨ ਨੂੰ ਉਹਨੂੰ ਮਾਰਿਆ ਕੋਲਡ ਵਾਰ ਐਂਡ ਹੋਈ ਹੈ out of the bankruptcy of the Soviet Union for the reason that was beyond anyone, any country where a nuclear reactor explodes, sir, that entire area could go down as finished. Europe could have died that day. They contained it in that, they became vulnerable. ਤੇ ਅਮਰੀਕਾ ਬਾਦਸ਼ਾਹ ਨੇ ਅਫਗਾਨਿਸਤਾਨ ਦੇ ਅੰਦਰ ਸਾਨੂੰ ਇਸਤੇਮਾਲ ਕਰਕੇ ਜਿਹਾਦ ਕਰਕੇ ਕਮਿਊਨਿਜ਼ਮ ਦੀ ਡੈਥ ਹੋ ਗਈ ਜਦੋਂ ਕਮਿਊਨਿਜ਼ਮ ਦੀ ਡੈਥ ਤੁਸੀਂ ਕਰੋਗੇ ਐਨੇ ਟਾਈਮ ਵਿੱਚ ਬਿਟਵੀਨ ਦ ਸੈਕੰਡ ਵਰਲਡ ਵਾਰ ਇਨ 1990 every European country, France, Spain, Portugal, Germany, everywhere there was either a communist party or a social democratic party. ਅੱਜ ਦੇ ਸਾਰੇ ਜਿਹੜੇ ਪੁਰਾਣੇ ਕਮਿਊਨਿਸਟ ਨੇ ਉਹ SDP ਵਿੱਚ ਨੇ ਉਹ ਸਪੇਨ ਦੀ ਸਿਵਲ ਵਾਰ ਵਿੱਚ ਦੁਨੀਆ ਭਰ ਦਾ ਕਮਿਊਨਿਸਟ ਇੰਡੀਆ ਤੋਂ ਗਏ ਨੇ ਉੱਥੇ ਲੜਨ ਅਗੇਂਸਟ ਦੀ ਫ੍ਰੈਂਕੋ ਰਿਜੀਮ ਪੋਰਚੁਗਲ ਦੀ ਸਾਰੀ ਡਿਕਟੇਟਰਸ਼ਿਪਸ ਵੈਨਿਸ਼ ਅਫਰੀਕਾ 'ਚ ਲੜਾਈ ਹੋਈ ਅੰਗੋਲਾ ਦੀ ਆਜ਼ਾਦੀ ਮੋਜ਼ੰਬੀਕ ਦੀ ਆਜ਼ਾਦੀ ਸਾਰਾ ਕੁਝ ਹੋਇਆ ਬਿਕੋਜ਼ ਆਫ ਦ ਸੋਵੀਅਤ ਯੂਨੀਅਨ ਅਸਵਾਨ ਡੈਮ ਬਣਾਇਆ ਸੋਵੀਅਤ ਯੂਨੀਅਨ ਦੀ ਬੈਂਕਰਪਸੀ ਇੱਕ ਹੋਰ ਜਗ੍ਹਾ ਹੋਈ ਸਟੀਲ ਮਿਲ ਬਣਾਉਂਦੇ ਨੇ ਮੁਫਤ ਦੇ ਦਿੰਦੇ ਨੇ ਉਹਨਾਂ ਦਾ ਸਿਸਟਮ ਹੀ ਹੋਰ ਕਿ ਇਹ ਕਿਉਂ ਡੋਨੇਟ ਕਰਨ ਅਸਵਾਨ ਡੈਮ ਰੂਸ ਨੇ ਬਣਾਇਆ ਕੋਈ ਇੱਕ ਫਾਈਲ ਥੀ ਮਿਸਰ ਤੋਂ ਨਹੀਂ ਜਿਨ ਕੰਪਨੀਆਂ ਨੇ ਲਈਆਂ ਉਹ ਪੈਸੇ ਸੋ 1990 with the collapse of the Soviet Union ਇੱਕ ਖੁੱਲੀ ਛੁੱਟੀ ਹੈ to go back to the system where the normal ordinary person is just living under the facade ਕਿ ਮੇਰੇ ਕੋਲ ਰਾਈਟਸ ਨੇ ਤੇ ਹੈ ਕੋਈ ਨਹੀਂ ਜਦ ਤੁਸੀਂ ਪ੍ਰੈਜ਼ੀਡੈਂਟ ਆਫ ਦੀ ਕੰਟਰੀ ਮਾੜਾ ਹੈ ਟੁੱਟਾ ਹੈ ਜੋ ਵੀ ਹੈ ਹੀ ਇਜ਼ ਅਬਾਊਟ ਟੂ ਫਿਨਿਸ਼ you put a ban on him by a private company of what he can tweet and what he cannot tweet. What does it say? Trump ਦੇ ਦੁਸ਼ਮਣਾਂ ਨੂੰ ਤਾਂ ਬਹੁਤ ਮਜ਼ਾ ਆ ਰਿਹਾ ਹੈ ਖੁਸ਼ੀ ਖੁਸ਼ੀ ਨੱਚ ਰਹੇ ਨੇ ਦੇਖੋ ਕਿਆ ਥੱਪੜ ਮਾਰ Do you know who is doing this? Do we know who Jack is? No. ਸਰ ਇੱਕ ਸਾਲ ਗੁਜ਼ਰਿਆ ਹੈ ਜੇ ਲੋਕਾਂ ਦੀ ਜ਼ਿੰਦਗੀਆਂ ਬਰਬਾਦ ਹੋ ਗਈਆਂ ਨੇ but hundreds of billions of dollars went straight from us into the American upper class. ਆਮ ਜਿਹੜੇ ਉਹ ਸੜਕ ਤੇ ਆਏ ਸਨ ਕੱਲ ਪਰਸੋਂ ਉਹ ਤੇ ਐਵੇਂ ਸਟੂਪਿਡ ਲੋਕੀ ਆ ਗਏ
ਇੱਕ ਕੂ ਹੁੰਦਾ ਇਸ ਤਰ੍ਹਾਂ ਕੂ ਕਰਨਾ ਸੀ ਸਾਨੂੰ ਕਰਨਾ ਅਸੀਂ ਐਨਐਸਐਫ ਦੇ ਅੰਦਰ ਸਾਂ ਵੀ ਕੁਡ ਹੈਵ ਟੇਕਨ ਓਵਰ ਇਹਨਾਂ ਨੂੰ ਪਤਾ ਨਹੀਂ ਕੁਰਸੀਆਂ ਸਾਂਭ ਕੇ ਬੈਠੇ ਨੇ but the point is ਕਿ a man single-handedly took away the voice of someone who had 80 million followers ਕਿਸੇ ਨੇ ਜ਼ਬਰਦਸਤੀ ਤੇ ਨਹੀਂ ਕਿਹਾ ਕਿ ਟਰੰਪ ਨੂੰ ਵੋਟ ਦਿਓ 70-80 ਮਿਲੀਅਨ ਦਾ ਹੀ ਫਰਕ ਹੈ ਨਾ ਇੱਕ ਪਾਸੇ 80 million. Those people have become voiceless. Now, what will they do now? They will go back into the cycle of extremism. Extremism nu fight karan vaste, you have to develop a culture in which you can ask a question. कि तुसी पूछ सको, बच्चा पूछता है कि अब्बू अल्लाह कौन है? ਸਾਡੇ ਕੀ ਹੁੰਦਾ ਛਿੱਤਰ ਪੈਂਦੇ ਨੇ ਉਹਨੂੰ ਕਦੀ ਜ਼ਿੰਦਗੀ ਭਰ ਨਹੀਂ ਭੁੱਲਦਾ ਉਹ ਕਹਿੰਦਾ ਮੈਂ ਕੀ ਕਿਹਾ ਮੈਂ ਸਿੱਧੀ ਗੱਲ ਪੁੱਛੀ ਸੀ ਮੈਂ ਦੱਸਾਂ ਮੈਂ ਮਾਈ ਓਨ ਚਿਲਡਰਨ I had to explain to them कि मेरी बच्ची ऑटिस्टिक भी है और कल परसों if you understand autism it's a lifelong problem and it continues but mashallah she's developing and she was yesterday listening to a lecture on Jesus Christ from some church hun और जब बाकी जो यार दोस्त होते हैं मतलब की रहा है यार तो मैं I am not going to tell her what to listen or not listen I just have to tell her who we are nothing is bad everything is good essence किस तरह से लेके आइए कि we have turned Islam into Islamism ਇਹ ਜਮਾਤ ਇਸਲਾਮੀ ਮੁਸਲਿਮ ਬ੍ਰਦਰਹੁੱਡ ਇਹ ਜਿਹੜਾ ਸੁੰਨੀ ਇਸਲਾਮ ਦਾ ਇਬਨ ਕਤੀਰ ਤੋਂ ਖੈਰ ਹੈ ਤੇ ਮੁਆਵੀਆ ਤੋਂ ਚਲਾ ਆ ਰਿਹਾ ਲੇਕਿਨ ਗੱਲ ਸਾਰੀ ਹੈ ਕਿ ਇਸਲਾਮ ਇਜ਼ ਕੀ ਕਹਿੰਦੇ ਨੇ ਮੋਰਲ ਕੰਪਸ ਕਿ ਕਿੱਥੇ ਜਾਣਾ ਹੈ ਸਹੀ ਜਗ੍ਹਾ ਕਿੱਥੇ ਭੈੜੀ ਜਗ੍ਹਾ ਕਿੱਥੇ ਉਹਦਾ ਤੁਸੀਂ ਉਹਨੂੰ ਅਲ ਇਸਲਾਮੀਆ अखवान मुस्लिमीन ने वर्ड इजाद किया है साडा वर्ड नहीं है उन्होंने क्या है उन्होंने इस्लाम नु अल इस्लामिया क्यों किया क्योंकि अल इस्लामिया का मतलब है इस्लाम यूज करना पॉलिटिकल पावर वास्ते ते ऐ ते उमय्यदां दे ज़माने तो शुरू हो गया सी पहली जिहड़ी जंग इस्लाम दी हुई है ਉਹਦੇ अंदर किन्ने सहाबी मारे गए ਉਹ ਕਿਹੜੀ ਜੰਗ ਕਹਿੰਦੇ ਨੇ ਵॉर ਆਫ ਅਪੋਸਟੇਸੀ ਇੰਗਲਿਸ਼ ਵਿੱਚ हज़रत अबू बकर ਦੇ ਜ਼ਮਾਨੇ 'ਚ 20,000 ਬੰਦਾ ਮਾਰਤਾ ਤੁਸੀਂ ਅਸੀਂ ਕਦੇ ਰੁਕੇ ਹੀ ਨਹੀਂ ਕਿਸੇ ਨੂੰ ਹੋਰ ਨੂੰ ਮਾਰਨ ਵਾਸਤੇ 4 ਖਲੀਫਾ ਸੇ 3 ਨੂੰ ਅਸੀਂ ਮਾਰਤਾ ਕੋਈ ਨਾਨ ਮੁਸਲਿਮ ਅਜੇ ਐਂਟਰ ਹੀ ਨਹੀਂ ਹੋਇਆ ਅਸੀਂ ਮਾਰ ਕੁੱਟ ਕੀਤੀ 100 ਸਾਲ ਤੱਕ ਅਸੀਂ ਮਸਜਿਦਾਂ ਵਿੱਚ ਡਿਟਰਮਿਨ ਕੀਤਾ ਕਿ ਪੈਗੰਬਰ ਦੀ ਫੈਮਿਲੀ ਨੂੰ ਗਾਲਾਂ ਕੱਢਣੀਆਂ ਜੁਮੇ ਦੇ ਖੁਤਬੇ 'ਚ ਕਿਸੇ ਨੂੰ ਪਤਾ ਤੇ ਐਕਸਟ੍ਰੀਮਿਜ਼ਮ ਉਦੋਂ ਹੀ ਆਏਗਾ ਜਦੋਂ ਕੋਈ ਖੜਾ ਹੋ ਕੇ ਕਹੇਗਾ ਭਈਆ ਤੂੰ ਚੁੱਪ ਕਰ ਤੇਰੀ ਸ਼ਕਲ ਠੀਕ ਨਹੀਂ ਹੈ ਅੱਲਾਹ ਤਾਲਾ ਦੇ ਸਾਰੇ ਨਬੀ ਜਿਹੜੇ ਨੇ ਖੁਸ਼ ਅਖਲਾਕ ਖੁਸ਼ ਸ਼ਕਲ ਹੁੰਦੇ ਨੇ ਤੂੰ ਕਿੱਥੋਂ ਆ ਗਿਆ ਇੰਨੀ ਜ਼ਬਰਦਸਤ ਕ੍ਰਾਈਮਸ ਕਰਕੇ ਤੁਸੀਂ ਵੇਖੋ ਔਰੰਗਜ਼ੇਬ ਆਪਣੇ ਭਰਾ ਦਾ ਸਿਰ ਕੱਟ ਕੇ ਆਪਣੇ ਪਿਓ ਦੇ ਕਦਮਾਂ ਤੇ ਲਾ ਕੇ ਰੱਖਦੇ ਹਜ ਨਹੀਂ ਕਰੇਗਾ ਇਹ ਵੀ ਵੇਖੋ ਕਿ ਇਹ ਜਿੰਨੇ ਖਲੀਫਾ ਸਨ ਜਿੰਨੇ ਬਾਦਸ਼ਾਹ ਸਨ ਇੱਕ ਨੇ ਹਜ ਨਹੀਂ ਕੀਤਾ ਕਿਉਂ ਅਸੀਂ ਕਰ ਰਹੇ ਹਾਂ ਹਜ ਵਾਸ ਕੰਸੀਡਰਡ ਪਨਿਸ਼ਮੈਂਟ ਤੇ ਐਕਸਟ੍ਰੀਮਿਜ਼ਮ ਇਸ ਤਰ੍ਹਾਂ ਹੀ ਖਤਮ ਹੋਏਗਾ when we can ask questions very simply ਕਿ ਮੱਕੇ ਦਾ ਬਾਦਸ਼ਾਹ ਕੌਣ ਸੀ ਭਈਆ ਦੱਸੋ ਬੱਚੇ ਸਕੂਲ ਜਾ ਰਹੇ ਨੇ ਪੜ੍ਹ ਰਹੇ ਨੇ ਉਹਨਾਂ ਨੇ ਜਵਾਬ ਕਰਨਾ ਉਹ western born western educated extremists ਨਿਕਲਨੇ ਨੇ ਸਰ ਕਿਉਂਕਿ they don't have the answer so they become on the defensive and then they become ਕਿ ਇੱਕ conspiracy ਹੈ ਯਹੂਦੀਆਂ ਦੀ ਹਨੂਦ ਹੋਈ ਯਹੂਦੀ ਤੇ ਅਸੀਂ ਇਹਨੂੰ ਮਾਰ ਸੁੱਟਣਾ and then they kill themselves ਦੇਖੋ ਨਾ ਸੀਰੀਆ ਵਿੱਚ 5 ਲੱਖ ਮੁਸਲਮਾਨ ਕਿੰਨੇ ਮਾਰੇ ਹਿੰਦੂ ਨੇ ਮਾਰਿਆ ਸਹੀ ਕਹਿ ਰਹੇ 10 ਸਾਲ ਤੋਂ ਕੀ ਕਿ ਉਹ ਅਲੀ ਦੇ ਫਾਲੋਅਰਸ ਨੇ ਕੈਨ ਯੂ ਇਮੇਜਿਨ ਅਲਵੀ ਜਿਹੜਾ ਫਿਰਕਾ ਹੈ ਉਹਦਾ ਸਟ੍ਰੇਟ ਬਿਲੀਫ ਹੈ ਕਿ ਜੋ ਵੀ ਹੈ ਗਲਤ ਹੈ ਸਹੀ ਹੈ ਲੇਕਿਨ ਦੇ ਹੈਵ ਬੀਨ ਕਿਲਡ
ਤੁਰਕੀ ਨੂੰ ਕਿਸੇ ਨੇ ਕਿਹਾ ਹੈ ਕਿ ਕੁਰਦਾਂ ਨੂੰ ਮਾਰੋ, ਜਾਂ ਅਸੀਂ ਕੀ ਕਰ ਰਹੇ ਹਾਂ ਬੰਗਲਾਦੇਸ਼ ਵਿੱਚ ਜਾਂ ਬਲੂਚਿਸਤਾਨ? ਇਹ ਸਾਰਾ ਕੁਝ ਹੈ when you are insecure. ਐਕਸਟ੍ਰੀਮਿਜ਼ਮ ਮੁਕਦਾ ਹੈ when you have a sense of humor. ਤੁਸੀਂ ਬੱਚਿਆਂ ਨੂੰ ਪੜ੍ਹਾਓ ਕਿ ਦੇਖੋ ਹਿੰਦੂ ਮਜ਼ਹਬ ਕਿੰਨਾ ਜਸਟ ਇਮੈਜਿਨ, ਬੱਚੇ ਜਦ ਹਿੰਦੂਇਜ਼ਮ ਪੜ੍ਹਦੇ ਨੇ ਨਾ, ਜਾਂ ਉਹਨਾਂ ਟ੍ਰੈਡੀਸ਼ਨ ਘਰ ਵਿੱਚ, ਉਹਨਾਂ ਦਾ ਸਕੂਲ ਸਿਸਟਮ ਵੀ ਨਹੀਂ ਹੈ, they find it, the stories there which they can relate to. ਸਾਨੂੰ ਸਾਡੇ ਮਦਰਸਾਂ ਵਿੱਚ ਛੋਟੀਆਂ ਦੇ ਨਾਲ ਮਾਰ ਕੇ ਨਾ, ਕੰਨ ਫੜ ਕੇ ਪਤਾ ਨਹੀਂ ਕੀ ਕਰਦੇ ਨੇ. we have joy cut off from life. That is normal living. माँ प्यो सबने लड़का सही रास्ते पे जा रहा. नहीं सर, हंसना सीखो, अपनी मिस्टेक्स से हंसो, दूजे ਨੂੰ ਕਹੋ ਕਿਸੇ ਦਾ ਬਰਫ਼ ਪਈ ਹੈ ਸਾਰੀ ਜਗ੍ਹਾ, ਇੱਥੇ ਜਾ ਕੇ ਮੈਂ ਇੱਕ ਨੇਬਰ ਦਾ if I remove his snow, ਉਹਦਾ ਪੋਜ਼ਿਟਿਵ ਇਮੇਜ ਹੋਏਗਾ. ਮੈਨੂੰ ਜਾ ਕੇ ਉਹਦਾ ਲੀਫਲੇਟ ਪਾਵਾਂ how to be a good Muslim, ਉਹਨੇ ਕਹਿਣਾ oh that is so lovely, thank you so much. ਅੰਦਰ ਜਾ ਕੇ ਉਹ ਕਹੇਗਾ who the hell does he think he is? He will never say that if I clean his snow. So there are so many ways, and one life is sometimes not enough, but ਕੋਈ ਉੱਠੇਗਾ, ਮੈਨੂੰ ਲੱਗਦਾ ਹੈ ਕੋਈ somebody will rise up. ਮੈਨੂੰ ਕਈ ਜਿਹੜੇ ਸਾਊਦੀ ਪ੍ਰਿੰਸਸ ਨੇ ਨਾ, ਇਹਨਾਂ ਲੱਗਦਾ ਹੈ ਕਿ ਇਹਨਾਂ ਦੀ ਬੀਵੀਆਂ ਜਿਹੜੀ ਵੈਸਟ ਵਿੱਚ ਪੜ੍ਹ ਲਿਖ ਕੇ ਆਈਆਂ ਨੇ ਤੇ ਉਹਨਾਂ ਦੇ ਬੱਚੇ ਜਿਹੜੇ ਨੇ they are enlightened somehow. I feel ਕਿ ਸਰ ਇਹ MBS ਮੁਹੰਮਦ ਬਿਨ ਸਲਮਾਨ ਸਰ, ਇਹ ਵੈਸੇ ਵਿਜ਼ਨ 2030 ਲੈ ਕੇ ਆ ਰਿਹਾ, ਸਿਨੇਮਾ ਖੋਲੇ ਨੇ, ਕੰਸਰਟ ਕਰਨ ਦੇ ਆਵੇ, ਉਹ ਜਿਹੜਾ ਉਹ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਵਹਾਬੀ ਸਕੂਲ ਆਫ ਥਾਟ ਦਾ ਜਿਹੜਾ ਮੁਆਹਦਾ ਸੀ ਸਾਊਦੀ ਰਾਇਲ ਫੈਮਿਲੀ ਨਾਲ, ਉਹਦੇ ਵਿੱਚ ਜ਼ਾਰੀ ਗੱਲ ਹੈ ਉਹ ਸਟੈਬਲਿਸ਼ਮੈਂਟ ਆਪਸ ਵਿੱਚ ਟਕਰਾ ਰਹੀ ਹੈ. ਲੇਕਿਨ ਤੁਸੀਂ ਕੀ ਕਹਿ ਰਹੇ ਹੋ ਕਿ ਇਹ ਅਗਰ ਸਾਊਦੀ ਅਰਬ ਦੀ ਦੇਖੋ ਦੁਬਈ UAE ਤੇ ਠੀਕ ਹੋ ਗਿਆ, ਉਹ ਤਾਂ ਜ਼ਬਰਦਸਤ ਉਹਨਾਂ ਕਾ ਭਾਈਜਾਨ ਹੈ, ਮਸਜਿਦ ਹੈ, ਇਮਾਮ ਬਾਰਗਾਹ ਹੈ, ਚਰਚ ਹੈ, ਅੰਦਰ ਜੋ ਮਰਜ਼ੀ ਕਰੋ, ਬਾਹਰ ਨਾ ਆਵੇ. ਬਿਲਕੁਲ ਅਗਰ ਸਰ ਸਾਊਦੀ ਅਰਬ ਨੂੰ ਟਾਈਮ ਲੱਗੇਗਾ, ਕਿਉਂਕਿ ਪਹਿਲਾਂ ਤਾਂ ਇਹਨਾਂ ਪੂਰੀ ਦੁਨੀਆ 'ਚ ਸਾਰਾ ਕੁਝ ਫੈਲਾਇਆ, ਫਿਰ ਸਾਰੀ ਗੱਲ ਰਿਵਰਸ ਕਰਨਾ ਹੈ. ਉਹ ਕਿਸੇ ਹੱਦ ਤੱਕ ਤੇ ਉਹ ਸਾਨੂੰ ਵੀ ਸਮਝ ਆ ਜਾਣੀ ਚਾਹੀਦੀ, ਪਾਕਿਸਤਾਨ ਨੂੰ ਵੀ, ਕਿ ਜਿਹੜੀ ਸਾਊਦੀ ਅਰਬ ਵਿੱਚ ਲੀਡਰਸ਼ਿਪ ਬਦਲ ਗਈ ਹੈ, ਅਸੀਂ ਉਹਨਾਂ ਨੂੰ ਪੁਰਾਣੇ 70 ਸਾਲ ਦੇ ਪੁਰਾਣੇ ਜ਼ਾਵੀਏ ਨਾਲ ਹੀ ਵੇਖਣ ਡਏ ਆ ਕਿ ਉਹੀ ਲੋਕ ਨੇ ਸਾਡੇ ਨਾਲ, ਉਹੀ ਪਾਕਿਸਤਾਨ ਸਾਊਦੀ ਅਰਬ ਰਿਲੇਸ਼ਨ. ਇਹ ਸਰ ਤੁਸੀਂ ਸਮਝਦੇ ਹੋ ਕਿ ਅਗਰ MBS ਪੂਰੀ ਤਬਦੀਲੀ ਲੈ ਆਵੇ ਤੇ ਮੁਸਲਿਮ ਦੁਨੀਆ 'ਚ ਬੜਾ ਅੱਛਾ ਪੋਜ਼ਿਟਿਵ ਇਮੇਜ ਪਾਏਗਾ? I think it is not MBS, it is MBS's mother, MBS ਦੀ ਸਿਸਟਰ, MBS ਦੀ ਬੱਚੀਆਂ. ਇਹ ਪੂਰਾ ਜਿਹੜਾ ਸੈਗਮੈਂਟ ਸੁਸਾਇਟੀ ਦਾ, ਜਿਹੜੀ ਮੁਸਲਮਾਨ ਔਰਤਾਂ ਵੈਸਟਰਨ ਯੂਨੀਵਰਸਿਟੀਜ਼ ਵਿੱਚ ਮਾਸਟਰਸ ਕਰ ਰਹੀਆਂ ਨੇ ਸੋਸ਼ੀਓਲੋਜੀ ਵਿੱਚ, ਰਾਇਲ ਫੈਮਿਲੀ ਦੀ, ਉਹ ਕੁਛ ਤੇ ਸਰ ਅਕਲ ਆਏਗੀ ਨਾ. ਇੱਕ ਅਮਰੀਕਨ ਯੂਨੀਵਰਸਿਟੀ ਤੁਸੀਂ ਆਰਕੀਓਲੋਜੀ ਪੜ੍ਹ ਲਓ, ਸੋਸ਼ੀਓਲੋਜੀ, ਪੋਲੀਟੀਕਲ ਸਾਇੰਸ, ਯੋਰ ਮਾਈਂਡ ਵਿਲ ਓਪਨ. ਸਾਡੇ ਜਾ ਕੇ ਇੰਜੀਨੀਅਰਿੰਗ ਕਰਦੇ ਨੇ, ਉਹਦੇ ਕੁਛ ਨਹੀਂ, ਇੰਜੀਨੀਅਰਿੰਗ ਐਂਡ ਮੈਡੀਸਿਨ ਐਂਡ ਆਲ ਅਕਾਊਂਟੈਂਟਸ, ਇਹ ਰੱਟੇ ਦੇ ਕੰਮ ਹੈ, ਸੈੱਟ ਹੋ ਜਾਂਦਾ. ਇਹ ਜਿਹੜੀ ਤੁਸੀਂ ਯੂਨੀਵਰਸਿਟੀ ਜਿਹੜੀ ਗੱਲ ਕਰ ਰਹੇ ਹੋ, ਪੜ੍ਹਾ ਰਹੇ ਹੋ, ਉਹ that opens questions, and especially women who see ਕਿ ਕੀ ਹੋ ਰਿਹਾ. ਤੇ ਲੇਕਿਨ ਮੈਨੂੰ ਡੇਂਜਰ ਹੁਣ ਟਰਕੀ ਤੋਂ ਹੈ ਕਿ ਟਰਕੀ what it will do, ਈਰਾਨ ਨੂੰ ਕੀ ਮੁਸੀਬਤ ਆਉਣ ਵਾਲੀ. ਮੈਨੂੰ ਤਾਂ ਇਹ ਡਰ ਹੈ ਕਿ ਈਰਾਨ will somehow have to moderate itself, ਕਿਉਂਕਿ ਇਹ ਜਿਹੜਾ ਜਿਸੇ ਫਿਫਥ ਕਾਲਮ ਅਸੀਂ ਕਹਿੰਦੇ ਨਾ ਜੀ, ਤੁਰਕਾਂ ਨੇ ਪਹਿਲੇ ਵੀ ਈਰਾਨ ਵਿੱਚ, ਕਾਜਰ ਜਿਹੜੀ ਡਾਇਨੈਸਟੀ ਸੀ ਇਹ ਤੁਰਕਾਂ ਦੀ ਸੀ. ਇਹ ਈਰਾਨ ਨੂੰ ਵੇਖਦੇ ਨੇ ਫਰੋਮ ਅ ਸੁੰਨੀ ਪੁਆਇੰਟ ਆਫ ਵਿਊ, ਕਿਉਂਕਿ ਸਫਵੀ ਡਾਇਨੈਸਟੀ ਤੋਂ ਪਹਿਲੇ ਈਰਾਨ ਵਾਜ਼ ਅ ਸੁੰਨੀ ਕੰਟਰੀ. ਇਹ ਫਾਤਿਮਾਈਦ ਇਜਿਪਟ ਵੀ ਸ਼ੀਆ ਸੀ. ਇਹ ਬੜੀ ਚੇਂਜਸ ਆਈਆਂ ਨੇ ਜਿਹੜੀ ਸਾਡੇ ਬੱਚਿਆਂ ਨੂੰ ਆਈਡੀਆ ਨਹੀਂ ਹੈ ਕਿ ਇਜਿਪਟ ਸ਼ੀਆ ਸੀ ਤੇ ਈਰਾਨ ਸੁੰਨੀ ਕੰਟਰੀ ਸੀ. ਹੁਣ ਅਗਰ they became changed, we need to understand what happened, ਕਿ ਕਿਉਂ ਉਹ ਕਿਸ ਤਰ੍ਹਾਂ ਤੁਸੀਂ ਫਾਤਿਮਾਈਨ ਨੂੰ ਕੀ ਕੀਤਾ ਇਜਿਪਟ ਕੇ ਅੰਦਰ, ਐਂਡ ਹੂ ਡਿਡ ਇਟ. ਉਹ ਤੁਹਾਡਾ ਜਿਹੜਾ ਬਹੁਤ ਬੜਾ ਹੀਰੋ ਹੈ ਜਿਹਨੇ ਜਰੂਸਲਮ ਨੂੰ ਆਜ਼ਾਦ ਕੀਤਾ, ਕੁਰਦ ਸੀ, ਆ ਜਿਹੜਾ ਕ੍ਰੂਸੇਡਰਸ ਨੂੰ ਮਾਰ ਕੇ ਉਹਨੇ
he expelled the Crusaders from the Holy Land. But anyway, he dissolved. Before he did that, he destroyed every essence of Shiaism from Egypt. कि जेडी Al-Azhar University कहंदे ने Sunni Islam's greatest seat of learning, ਉਹ ਫਾਤਿਮਾ ਜ਼ਹਿਰਾ ਦੇ ਨਾਂ ਤੇ Al-Azhar ਨਹੀਂ ਹੈ, ਉਹ ਸ਼ੀਆ ਲਰਨਿੰਗ ਸੈਂਟਰ ਸੀ, ਉਹਦੇ ਉੱਤੇ ਕਬਜ਼ਾ ਕੀਤਾ ਤੁਸੀਂ। ਹਿਸਟਰੀ ਨਹੀਂ ਪੜਾਉਂਦੇ, ਉਹ ਯਮਨ ਵਿੱਚ ਕਿੱਥੋਂ ਚਲੇ ਗਏ ਸ਼ੀਆ ਸਾਰੇ, ਉਹਨਾਂ ਦੇ ਨਾਲ ਹੈਸ਼ਰ ਕੀ ਹੋ ਰਿਹਾ? ਜਦ ਤੁਸੀਂ ਆਪਣੇ ਹੀ ਮੁਸਲਮਾਨਾਂ ਨੂੰ ਮਾਰਦੇ ਹੋ ਤੇ ਫਿਰ ਦੂਜੇ ਨੂੰ ਕਿਉਂ ਕਹਿੰਦੇ ਹੋ? ਦੂਜੇ ਵੀ ਮਾਰਨਗੇ। ਵੀ ਕੈਨੋਟ ਲਿਵ। ਦੇਖੋ ਜਿਹਦੀ ਅੱਖਾਂ ਬੰਦ ਨੇ, ਜਿਹੜਾ ਹਜ਼ਾਰਿਆਂ ਦੇ ਨਾਲ ਹੋਇਆ, ਉਹ ਉਸ ਤੋਂ ਇਟ ਇਜ਼ ਅ ਸਿਨ ਬਿਯੋਂਡ ਕੰਪਰੀਹੈਂਸ਼ਨ। ਲੋਕ ਗਰੀਬ ਲੋਕਾਂ ਦੀ ਸਜ਼ਾ ਹੈ ਕਿ ਉਹ ਸ਼ੀਆ ਨੇ ਤੇ ਇਤਨੀ ਕਾਵਰਡਿਸ ਕਿ ਕਿਉਂਕਿ ਉਹਦੀ ਹਜ਼ਾਰਾ ਸੈਂਟਰਲ ਏਸ਼ੀਅਨ ਲੁੱਕ ਕੇ ਉਹਨਾਂ ਨੂੰ ਪਤਾ ਕਿ 100% ਇਸ ਸ਼ਕਲ ਟਾਈਪ ਦੇ ਲੋਕ ਜਿਹੜੇ ਨੇ ਸ਼ੀਆ ਹੁੰਦੇ ਨੇ, ਮਾਰ ਦਿਓ। ਯਾਰ ਕੋਈ ਖੁਦਾ ਦਾ ਖੌਫ ਨਹੀਂ ਹੈ ਮਾਨ ਨਾਲ। ਮੈਂ ਤੇ ਇਸ ਵਾਸਤੇ ਕਿਹਾ, ਮੈਂ ਉਹ ਮਿਜ਼ਾਈਲ ਨया ਬਣਾਇਆ ਇਹਨਾਂ ਨੇ ਫਤਿਹ ਪਾਕਿਸਤਾਨ ਨੇ, ਮੈਂ ਕਿ ਮੇਰੇ ਬਗੈਰ ਇਜਾਜ਼ਤ ਤੇ ਬਣਾਇਆ, ਮੈਂ ਬੱਤੀ ਬੰਦ ਕਰਾਤੀ ਹੈ ਇਹਨਾਂ ਦੀ। ਮੈਨੂੰ ਲੱਗਦਾ ਹੈ ਲੋਕ ਪਾਕਿਸਤਾਨੀ ਡੋਂਟ ਹੈਵ ਦ ਸੈਂਸ ਆਫ ਹਿਊਮਰ ਕਿ ਸਮਝਣ ਕਿ ਮਜ਼ਾਕ ਕਰ ਰਿਹਾ। ਉਹ ਬਾਅਦ ਵਿੱਚ ਕਹਿਣਗੇ ਦੇਖੋ ਮੇਰੇ ਕੋਲ ਵੀਡੀਓ ਹੈ, ਤਾਰਿਕ ਖੁਦਾ ਕਹਿੰਦਾ ਮੈਂ ਬੱਤੀ ਬੰਦ ਕਰਾਇਆ। ਯਾਰ ਖੁਦਾ ਦੇ ਵਾਸਤੇ ਨਰਮ ਦਿਲ ਪੈਦਾ ਕਰੋ। This is the extremism will not go till we have permission to ask questions. And questions ਸਾਡੇ ਬੜੇ ਫੰਡਾਮੈਂਟਲ ਸਹੀ ਕਹਿ ਰਹੇ। ਜਦ ਤੱਕ ਤੁਸੀਂ ਹਜਾਜ ਬਿਨ ਯੂਸਫ ਤੇ ਉਮੈਯਦਾਂ ਤੇ ਇਹ ਜਿਹੜਾ ਇੱਥੇ ਆਇਆ ਸੀ ਉਹਦਾ ਸਨ ਇਨ ਲਾਅ ਜਾਂ ਭਤੀਜਾ ਸੀ ਮੁਹੰਮਦ ਬਿਨ ਕਾਸਿਮ, ਤੇ ਕਿਹਦੇ ਪਿੱਛੇ ਆਇਆ ਸੀ ਇਹ ਵੀ ਕੋਈ ਦੱਸੇ ਨਾ, ਕਿਹਨੂੰ ਮਾਰਨ ਆਇਆ ਸੀ ਜ਼ਬਰਦਸਤੀ। ਉਹ ਆਈ ਗੈਟ ਵੈਰੀ ਅਪਸੈਟ ਕਿ ਪੂਰੀ ਹਿਸਟਰੀ ਨਿਕਾਲ ਕੇ ਪਾਕਿਸਤਾਨ ਵਿੱਚ ਕੋਈ ਹੈ ਹੀ ਨਹੀਂ ਜਿਹਨੂੰ ਪਤਾ ਹੋ ਕਿ ਉਹ ਤੇ ਆਲੇ ਹੁਸੈਨ ਉਹਨਾਂ ਦੇ ਫॉलोअर्स ਫੈਮਿਲੀ ਸੈਟਲ ਹੋਈ ਇੱਥੇ ਆ ਕੇ, ਉਹਨੂੰ ਪਿੱਛੇ ਮਾਰਨ ਆਏ। ਉਹ ਕਹਿੰਦੇ ਨੇ ਹਿੰਦੂਆਂ के ऊपर कब्जा हो गया। खुदा दा वास्ते झूठ कम बोलिया करो। You know, if we knew that, then we would be less extremist. But when your diet is lies, ਉਹ ਕਹਿੰਦੇ ਨੇ ਜ਼ਹਿਰ ਖਿਲਾਤਾ ਤੇ ਬੰਦਾ ਮਰ ਗਿਆ। ਯਾਰ ਇਹ ਕਿਸ ਤਰ੍ਹਾਂ ਹੋ ਸਕਦਾ? ਉਹ ਇਸ ਤਰ੍ਹਾਂ ਹੀ ਹੁੰਦਾ ਹੈ, ਤੁਸੀਂ ਜ਼ਹਿਰ ਦਿਓਗੇ ਬੰਦਾ ਮਰੇਗਾ। ਸਾਇੰਸ ਨਹੀਂ ਹੈ, ਨॉर्मल ਹੈ। ਉਹ ਜ਼ਹਿਰ ਪਿਲਾ ਪਿਲਾ ਕੇ ਸਾਨੂੰ ਹਿੰਦੂਆਂ ਦੇ ਅਗੇਂਸਟ, ਸਿੱਖਾਂ ਦੇ ਅਗੇਂਸਟ। ਮੈਨੂੰ ਯਾਦ ਹੈ ਮੈਂ ਬਸ 16 years old ਤੇ ਮਾਈ ਕਲੋਜ਼ੈਸਟ ਫਰੈਂਡਸ ਜਿਹੜੇ ਦੋ ਸਨ, ਇੱਕ ਨਕਵੀ ਸੀ ਇੱਕ ਜ਼ੈਦੀ ਸੀ। मेरी माँ ने आके उन्होंने चटाई मेरे बेटे को तुम लोग शिया कर रहे हो, उन्होंने पता ही नहीं, कुट पे गई। मैं कि हाउ डू यू नो? जैदी है, एक नकवी है। अच्छा, बट व्हेन यू आर फेड हेट्रेड, कुछ ना कुछ जाग लग जाती है। आई एम फॉर्चुनेट कि मैं निकल गया तो, लेकिन मेरा देयर आर मेनी मेंबर्स ऑफ माय फैमिली हु आर तबलीगी जमात, कोई पता नहीं किनू फंड कर रहे, किदा किहड़ी मुसीबत आई है। एंड वी नेवर हेल्प द नेक्स्ट डोर नेबर। ਆ ਗੱਲ ਸਹੀ। ਨਾਲ ਦੇ ਘਰ ਦੇ ਵਾਲੇ ਦੀ ਸਾਈਡ ਵਾਲੇ ਦੀ ਮਦਦ ਨਹੀਂ ਕਰਨੀ ਤੇ ਨਫ਼ਰਤ ਜਿਹੜੀ ਹੈ ਉਹ ਉਹਦੇ ਟੀਕੇ। ਯੈਸ ਯੈਸ ਯੈਸ। ਅੱਲਾਹ ਤਾਲਾ ਸਾਨੂੰ ਹਦਾਇਤ ਦੇ। ਔਰ ਅਸਲ ਮਕਸਦ ਤੇ ਇਹ ਹੈ ਕਿ ਮੈਂ ਤੇ ਕਹਿੰਦਾ ਕਿ ਅਗਰ ਸਾਡੇ ਚਾਹੇ ਕੋਐਗਜ਼ਿਸਟੈਂਸ ਆ ਜਾਏ, ਪਲੂਰਲਿਜ਼ਮ ਆ ਜਾਏ, ਇੱਕ ਦੂਜੇ ਨੂੰ ਬਰਦਾਸ਼ਤ ਕਰਨਾ ਹੀ ਆ ਜਾਏ, ਸਰ ਗੱਲ ਤੇ ਉਹੀ ਹੈ, ਹਰ ਬੰਦਾ ਰੋਟੀ ਤੇ ਆਪਣੇ ਘਰੋਂ ਖਾਣ ਡਿਆ ਹੈ। ਤੇ ਗੱਲ ਇਹ ਵੀ ਕਿ ਤੁਸੀਂ ਅਗਲੇ ਬੰਦੇ ਨੂੰ ਸਿਰਫ ਇੰਬਰੇਸ ਕਰੋ। ਗੱਲ ਤੁਹਾਡੀ ਬੜੀ ਸੋਹਣੀ ਹੈ ਕਿ ਤੁਸੀਂ ਅਗਰ ਨਾਲ ਵਾਲੇ ਹਮਸਾਏ ਦੀ ਬਰਫ਼ ਹਟਾ ਦਿਓਗੇ, ਖੁਦਾ ਦੀ ਕਸਮ, ਉਹ ਤੁਹਾਡੀ ਗੱਲ ਧਿਆਨ ਨਾਲ ਸੁਣੇਗਾ, ਬਜਾਏ ਇਸ ਦੇ ਕਿ ਤੁਸੀਂ ਕਹੋ ਮੈਂ ਇੱਕ ਮਜ਼ਹਬ ਦਾ ਪਰਚਾ ਲੀਫਲੈਟ ਉਹਦੇ ਫੜ ਦਿਆਂ, ਉਹ ਛੱਡ ਦੇਗਾ, ਉੱਥੋਂ ਕਹੇਗਾ ਯਾਰ ਇਹ ਬੰਦਾ ਕਰੈਕਟਰ ਦਾ ਕਿੱਡਾ ਅੱਛਾ ਹੈ, ਹੋ ਸਕਦਾ ਤੁਹਾਡੀ ਗੱਲ ਸੁਣ ਲੈ। ਮਤਲਬ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਿਹਤਰ ਕੌਣ ਬੰਦਾ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਹੀ ਕਰੈਕਟਰ ਨਾਲ। ਹਾਂ, ਮੈਂ ਲੋਕਾਂ ਬਹੁਤ ਆਂਦੇ ਨੇ
ਪੁੱਛਦੇ ਨੇ ਕੀ ਹੈ, ਮੈਂ ਕਹਿੰਦਾ ਮੈਂ ਫਾਲੋਅਰ ਮੁਹੰਮਦ ਹਾਂ, ਕਿਉਂਕਿ he changed a people who ate locusts as food into an empire that they had never thought possible. Something must have inspired these people who had no idea of governance to within 100 years trigger a massive civilization. ਉਹਨੂੰ ਲੱਭੋ ਕੀ ਸੀ। ਹਾਂ, ਇਬਨ ਕਤੀਰ ਨੂੰ ਛੱਡ ਦਿਓ, ਉਸ ਤੋਂ ਪਹਿਲੇ ਇਹ ਸਾਰਾ ਕੁਝ ਹੋਇਆ ਹੈ। ਇਹ ਜਿੰਨੀ ਹਦੀਸਾਂ ਨੇ, ਜਿੰਨਾ this happened after Spain was engulfed, ਪੂਰਾ ਜਿਹੜਾ Byzantine empire ਜਿਹੜਾ ਸੀ, ਜੋ ਕੁਝ ਵੀ ਤੁਸੀਂ ਕੀਤਾ, this is afterwards. ਬਾਇਓਗ੍ਰਾਫੀ ਬਾਅਦ ਵਿੱਚ ਲਿਖੀ ਗਈ ਸਰ। ਇਬਨ ਹਿਸ਼ਾਮ ਦੀ ਜਿਹੜੀ ਹੈ, ਤੁਸੀਂ ਪੜ੍ਹਦੇ ਰਹੋ, it is a thick book. It's the only book that is in the chronology. We can't ask the simple question, sir ji, ਚੀਮਾ ਜੀ, ਮੈਂ ਇੱਕ ਸਵਾਲ ਸਿਰਫ, ਕਿ ਜਦੋਂ ਕੁਰਾਨ ਦਾ ਪਹਿਲਾ ਵਰਡ ਇਕਰਾ ਹੈ, ਤੇ ਕੁਰਾਨ ਵਿੱਚ ਕਿਉਂ ਨਹੀਂ ਮਿਲਦਾ ਮੈਨੂੰ ਉਹ ਪਹਿਲਾ ਵਰਡ ਇਕਰਾ? ਇੰਨਾ ਬੇਸਿਕ ਸਵਾਲ ਤੇ ਸਜ਼ਾਏ ਮੌਤ ਹੋ ਸਕਦੀ ਮੇਰੀ। ਕਿਸੇ ਨੂੰ ਬੁਲਾ ਕੇ, ਕਿਸੇ ਮੌਲਾਨਾ ਸਾਹਿਬ ਨੂੰ ਬੁਲਾ ਕੇ ਪੁੱਛੋ ਇਹ ਕਿਹਨੇ ਕੀਤਾ ਰੀਅਰੇਂਜਮੈਂਟ? when we know, all of us know, the beautiful line, read in the name of the one who created you. ਉਹ ਨਹੀਂ ਕਹਿੰਦਾ pray in the or preach in the name of man created, ਕਹਿੰਦਾ read। ਤੇ ਅਸੀਂ 99% illiterate ਅਜੇ ਤੱਕ 1400 ਸਾਲ ਵਿੱਚ। so we need to humor, believe me। ਇਹਨਾਂ ਨੂੰ ਕਹੋ ਸਰ ਆਪਣੇ ਲੋਕਾਂ ਨੂੰ ਕੁਝ ਕੋਸ਼ਿਸ਼ ਕਰਨ ਹੱਸਣ, ਉਰਦੂ ਛੱਡ ਦੇਣ, ਇਹ ਜ਼ਬਾਨ ਵਿੱਚ ਬੜਾ ਝੂਠ ਬੋਲਿਆ ਜਾਂਦਾ, ਬੰਦਾ ਸੱਚ ਬੋਲ ਹੀ ਨਹੀਂ ਸਕਦਾ। ਬਿਲਕੁਲ ਸਹੀ ਹੈ ਸਰ, ਬਿਲਕੁਲ ਸਹੀ ਹੈ। ਇਹ ਸਰ ਅੱਜ ਦੀ ਜਿਹੜੀ ਸਾਡੀ ਡਿਸਕਸ਼ਨ ਹੈ, ਇਹ ਅਸੀਂ ਜੋ ਪ੍ਰਮੋਟ ਕਰਨ ਦੇ ਆ ਉਹ ਤੇ ਇਹੀ ਕਰਨ ਦੇ ਆ ਕਿ ਬਈ ਆਪਣੀ ਜ਼ੁਬਾਨ ਬੋਲਣ ਲੱਗਿਆ ਫਖਰ ਮਹਿਸੂਸ ਕਰੋ, ਔਰ ਐਟਲੀਸਟ ਜੋ ਤੁਹਾਡੇ ਦਿਲ ਵਿੱਚ ਬੋਲੋ, ਹਿਊਮਰ ਨੂੰ ਪ੍ਰਮੋਟ ਕਰੋ, ਆਪਣੀਆਂ ਇਨਸਿਕਿਉਰਿਟੀਜ਼ ਖਤਮ ਕਰੋ, ਸਵਾਲ ਪੁੱਛਣ ਦੀ ਕੋਸ਼ਿਸ਼ ਕਰੋ, ਵੀ ਕਿਸੇ ਕੰਮ ਦੇ ਬੰਦੇ ਕੋਲ ਪੁੱਛਣ ਦੀ ਕੋਸ਼ਿਸ਼ ਕਰੋ, ਤਾਂ ਕਿ ਐਟਲੀਸਟ ਤੁਸੀਂ ਗਲਤ ਰਾਹ ਨਾ ਟੁਰ ਪਵੋ। ਤੇ ਇਹ ਨਾ ਕਿ ਸਵਾਲ ਹੀ ਤੁਸੀਂ ਉਹਦੇ ਖੈਟ ਚਲੋ ਟਾਈਮ ਲੱਗਦਾ ਵੇ ਬੰਦੇ ਨੂੰ ਜਾਂਚਣ ਵਿੱਚ ਤੇ ਪੜ੍ਹਨ ਵਿੱਚ, ਸਮਝਣ ਵਿੱਚ, ਲੇਕਿਨ ਸਰ ਮੇਰਾ ਖਿਆਲ ਹੈ ਕਿ ਜਿਹੜੀ ਇਨਕੁਆਇਰੀ ਹੈ, ਐਬਸੋਲੂਟਲੀ ਇਨਕੁਆਇਰੀ ਜਨਰੇਟ ਹੋਵੇ, ਓਹੋ ਦੈਟ ਇਜ਼ ਦੀ ਸੇਵਿੰਗ ਗ੍ਰੇਸ। ਹਾਂ, ਇਹ ਇਨਕੁਆਇਰੀ, ਤੂੰ ਕੌਣ ਹੈ, ਉਹ ਕੀ ਹੈ ਸਰ? ਬੁੱਲੇ ਸ਼ਾਹ ਦਾ ਮੈਂ ਕੀ ਜਾਣਾ, ਤੂੰ ਕੀ ਭੁੱਲ ਰਿਹਾ ਲਾਈਨ, ਤੂੰ ਕੀ, ਮੈਂ ਕੀ ਜਾਣਾ, ਤੂੰ ਕੌਣ? ਨਹੀਂ, ਗਲਤ ਕਹਿ ਰਿਹਾ। जो मैं शायरी वारी नहीं कर, लेकिन he said that कि वो पूछ रहा इन्ना वड्डा फिलोसफर गुजरिया, लेकिन क्योंकि वो पंजाबी बोलदा सी ਉਹਨੂੰ ਫਿਲਾਸਫਰ ਨਹੀਂ ਮੰਨਦੇ ਸੀ। I'm serious। ਤੁਸੀਂ ਅਗਰ ਪੜੋ ਆਪਣੇ ਪੰਜਾਬ ਦੇ ਸ਼ਾਇਰਾਂ ਨੂੰ, my goodness, फिर आ गई उर्दू, बैलगाड़ी में आए थे हम, बेड़ा गर्क हो गया सारा। वाहिद कौम है बाय द वे जिन्हें अपनी जुबान पे खुद बैन लाया है। ओनली पीपल, कोई 1000 नेशनैलिटी दुनिया च, कल्ला पंजाबी मुसलमान जिन्हें कहा कि मेरी अपनी जुबान पे मैं पाबंदी लाना। अनबिलीवेबल। एक गुनाह है, गुनाह कबीरा है सर, गुनाह कबीरा है सर। बिल्कुल सही सर। ਤੇ ਸਰ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡੇ ਵਕਤ ਦਾ ਕਿ ਤੁਸੀਂ ਟਾਈਮ ਕੱਢਿਆ, ਔਰ ਬੜੀ ਅੱਛੀ ਡਿਸਕਸ਼ਨ ਹੋਈ ਲਾਈਕ ਆਲਵੇਜ਼। ਤੇ ਐਨੀ ਟਾਈਮ ਯੂ ਆਰ ਵੈਲਕਮ। ਇੱਥੇ ਚੱਕਰ ਲਾਓ ਤੇ ਅਸੀਂ ਦੋਨੋਂ ਮਿਲ ਕੇ ਬਰਫਾਂ ਸਾਫ਼ ਕਰੀਏ ਲੋਕਾਂ ਦੇ ਬੂਹਿਆਂ ਦੇ ਅੱਗੋਂ। ਬਿਲਕੁਲ ਸਰ, ਇਨਸ਼ਾਅੱਲਾ ਸਰ ਮਾਮਲਾ ਠੀਕ ਹੁੰਦੇ ਨੇ ਤੇ ਸਰ ਕਿਸੇ ਵਕਤ ਹਾਜ਼ਰ ਹੋਵਾਂਗੇ ਸਰ। ਪਲੀਜ਼, ਐਨੀ ਟਾਈਮ। ਜੀ ਸਰ, ਬੜੀ ਮਿਹਰਬਾਨੀ ਸਰ।